वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस शाम ਦੀ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਸੰਥਿਆ ਅਤੇ ਵਿਚਾਰ ਕਰਦੇ ਹਾਂ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਰੋਜ਼ ਆਪ ਜੀ ਇਸ ਗੁਰਮਤਿ ਕਲਾਸ 'ਚ ਜੁੜਦੇ ਹੋ। ਸਾਧ ਸੰਗਤ ਜੀ, ਕੱਲ ਆਪਾਂ ਜੋ ਹੈ 61 ਬੰਦ ਇਸ ਬਾਣੀ ਦੇ ਸੰਪੂਰਨ ਕਰ ਲਏ ਹਨ। 61 ਬੰਦ ਤੱਕ ਆਪਾਂ ਸੰਥਿਆ ਤੇ ਵਿਚਾਰ ਕਰ ਲਈ ਹੈ। ਅੱਜ ਆਪਾਂ 62ਵੇਂ ਬੰਦ ਤੋਂ ਜਿਹੜੀ ਹੈ ਉਹ ਗੱਲ ਆਰੰਭ ਕਰਨੀ ਆ। ਤੇ ਦੋ ਛੰਦ ਆਉਣਗੇ। ਪਹਿਲਾਂ ਚਾਤਰੀ ਛੰਦ ਹੈ, ਜਿਹਦੇ ਵਿੱਚ ਸਿਰਫ 2 ਹੀ ਬੰਦ ਹਨ। ਫਿਰ ਉਸ ਤੋਂ ਬਾਅਦ ਜੋ ਹੈ ਭੁਜੰਗ ਪਰਿਆਤ ਛੰਦ, ਇਹ ਆਰੰਭ ਹੋਵੇਗਾ। ਸੋ ਸਤਿਗੁਰਾਂ ਦੀ ਦਇਆ ਸਦਕਾ ਆਪਾਂ ਇਸ ਪਾਵਨ ਬਾਣੀ ਦੀ ਜਿਹੜੀ ਉਹ ਵਿਚਾਰ ਕਰ ਰਹੇ ਹਾਂ। ਜਿੱਥੇ ਇਸ ਬਾਣੀ ਦੇ ਅਰਥਾਂ ਦੀ ਸੁਖੈਨਤਾ ਹੈ, ਸੁਖੈਨਤਾ ਇਸ ਤਰ੍ਹਾਂ ਹੈ ਕਿ ਇੱਕ ਸ਼ਬਦ ਜਿਹੜਾ ਹੈ ਉਹ ਕਈ ਵਾਰ ਆਇਆ ਹੈ, ਇਸ ਕਰਕੇ ਅਰਥ ਕਰਨ ਲੱਗਿਆਂ ਕਾਫੀ ਸੌਖੇ ਹੁੰਦੇ ਆ। ਪਰ ਉਚਾਰਨ ਜਿਹੜਾ ਹੈ, ਸੰਥਿਆ ਜਿਹੜੀ ਹੈ ਉਹ ਇਸ ਬਾਣੀ ਦੀ ਥੋੜੀ ਜਿਹੀ ਔਖੀ ਹੈ, ਕਿਉਂਕਿ ਉਚਾਰਨ ਕੁਝ ਸ਼ਬਦਾਂ ਦਾ ਐਸਾ ਹੈ ਜਿਹਦੀ ਅਭਿਆਸ ਨਾ ਕੀਤਾ ਜਾਵੇ ਤੇ ਉਹਦੇ ਤੋਂ ਬਿਨਾਂ ਇਸ ਬਾਣੀ ਦੇ ਜਿਹੜੇ ਆ ਨਾ ਸੰਥਿਆ ਉਹ ਨਹੀਂ ਕੀਤੀ ਜਾ ਸਕਦੀ। ਉਹਨਾਂ ਚਿਰ ਉਹਨੂੰ ਪਕਾਇਆ ਨਹੀਂ ਜਾ ਸਕਦਾ ਜਿੰਨਾ ਚਿਰ ਇਹਦਾ ਅਭਿਆਸ ਨਾ ਹੋਵੇ। ਇਸ ਕਰਕੇ ਵਾਰ-ਵਾਰ ਇਹੀ ਬੇਨਤੀ ਹੈ ਕਿ ਜਿੱਥੇ ਆਪ ਜੀ ਸੰਥਿਆ ਸਰਵਣ ਕਰਦੇ ਹੋ, ਉੱਥੇ ਨਾਲ ਆਪ ਜੀ ਨੂੰ ਪੜ੍ਹ ਕੇ ਤੇ ਇਸ ਸ਼ਬਦਾਂ ਨੂੰ ਜਿਹੜਾ ਹੈ ਆਪਣੇ ਪਕਾਉਣ ਦੀ ਜਿਹੜੀ ਆ ਉਹ ਕਰਨਾ ਚਾਹੀਦਾ, ਵਾਰ-ਵਾਰ ਪ੍ਰੈਕਟਿਸ ਕਰਕੇ। ਫਿਰ ਉਸ ਤੋਂ ਬਾਅਦ ਅਗਰ ਜੇ ਦੁਬਾਰਾ ਭੁੱਲਦੇ ਵੀ ਉਹ ਕਿਤੇੋਂ ਕੋਈ ਅੱਖਰ ਜਿਹੜਾ ਨਹੀਂ ਸਮਝ ਆਉਂਦਾ, ਤੇ YouTube ਦੇ ਉੱਪਰ ਜਿਹੜਾ ਇਹਨੂੰ ਅਪਲੋਡ ਕਰ ਦਿੱਤਾ ਜਾਂਦਾ ਇਸ ਕਲਾਸ ਨੂੰ। ਉੱਥੋਂ ਆਪ ਜੀ ਦੁਬਾਰਾ ਸਰਵਣ ਕਰਕੇ, ਦੁਬਾਰਾ ਸੁਣ ਕੇ ਤੇ ਜਿਹੜੀ ਕਰੈਕਸ਼ਨ ਹੈ ਉਹ ਠੀਕ ਕਰ ਸਕਦੇ ਹੋ। ਸੋ ਆਪਾਂ ਸਤਿਗੁਰਾਂ ਦੀ ਮਿਹਰ ਸਦਕਾ ਬਾਣੀ ਦੀ ਵਿਚਾਰ ਸਭ ਤੋਂ ਪਹਿਲਾਂ ਆਪਾਂ ਮੂਲ ਪਾਠ ਕਰਦੇ ਹਾਂ, ਫਿਰ ਆਪਾਂ ਸੰਥਿਆ, ਫਿਰ ਉਸ ਤੋਂ ਬਾਅਦ ਆਪਾਂ ਵਿਚਾਰ ਦੇ ਨਾਲ ਜੁੜਨਾ ਹੈ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਆ, ਤੇਰਾ ਜੋਰ ਚਾਚਰੀ ਛੰਦ। ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਛੋਟਾ ਛੰਦ ਹੈ, 2 ਬੰਦਾਂ ਵਾਲਾ ਹੀ ਚਾਚਰੀ ਛੰਦ ਹੈ। ਤੇਰਾ ਜ਼ੋਰ ਭਾਵ ਤੇਰਾ ਹੀ ਜ਼ੋਰ, ਤੇਰੇ ਬਲ ਦੇ ਨਾਲ, ਤੇਰੀ ਤਾਕਤ ਦੇ ਨਾਲ ਹੀ ਮੈਂ ਇਹ ਚਾਚਰੀ ਛੰਦ ਉਚਾਰਦਾ ਹਾਂ। ਤੇਰਾ ਜ਼ੋਰ ਚਾਚਰੀ ਛੰਦ। ਇਹ ਪਰਮੇਸ਼ਵਰ ਜੀ ਤੇਰੇ ਦਿੱਤੇ ਹੋਏ ਬਲ ਸਦਕਾ, ਤੇਰੇ ਦਿੱਤੇ ਹੋਈ ਤਾਕਤ ਸਦਕਾ ਮੈਂ ਇਹ ਛੰਦ ਉਚਾਰਦਾ ਹਾਂ। ਚਾਚਰੀ ਛੰਦ, ਚਾਚਰੀ ਚਾਲ ਵਾਲਾ ਇਹ ਛੰਦ ਹੈ। ਜਲੇ ਹੈ, ਇੱਥੇ ਬਿੰਦੀ ਦੇ ਨਾਲ ਪੜ੍ਹਨਾ, ਜਲੇ ਹੈ। ਫਿਰ ਥਲੇ ਹੈ ਪੜ੍ਹਨਾ, ਹੈ ਨਹੀਂ ਪੜ੍ਹਨਾ, ਹੈ ਪੜ੍ਹਨਾ ਬਿੰਦੀ ਲਾ ਕੇ। ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ। ਇਸ ਤਰ੍ਹਾਂ ਇਹਨੂੰ ਪੜ੍ਹਨਾ ਹੈ। ਵਿਚਾਰ ਕੀ ਹੈ ਇਸ ਦੀ? ਜਲੇ ਦਾ ਅਰਥ ਜਲ, ਇਹ ਪਰਮੇਸ਼ਵਰ ਜੀ ਤੁਸੀਂ ਜਲ ਦੇ ਵਿੱਚ ਵੀ ਹੋ। ਥਲੇ ਹੈ, ਥਲ ਦੇ ਵਿੱਚ ਵੀ ਹੋ। ਸੰਸਾਰ ਦਾ ਜਿਹੜਾ ਜਿੰਨੀ ਵੀ ਧਰਤੀ ਹੈ ਉਹਦੇ ਵਿੱਚ ਵੀ ਤੁਹਾਡਾ ਹੀ ਨਿਵਾਸ ਹੈ। ਕਹਿਣ ਤੋਂ ਭਾਵ ਪਰਮੇਸ਼ਵਰ ਜੀ ਭਾਵੇਂ ਜਲ ਦੇ ਵਿੱਚ ਰਹਿਣ ਵਾਲੇ ਜੀਵ ਹਨ, ਉਹਨਾਂ ਦੇ ਦਾਤਾ ਵੀ ਤੁਸੀਂ ਹੋ, ਉਹਨਾਂ ਦੀ ਰੱਖਿਆ ਵੀ ਤੁਸੀਂ ਹੀ ਕਰਦੇ ਹੋ। ਤੇ ਭਾਵੇਂ ਥਲ ਤੇ ਰਹਿਣ ਵਾਲੇ ਜੀਵ ਹੋਣ, ਉਹਨਾਂ ਦੀ ਰੱਖਿਆ ਵੀ ਤੁਸੀਂ ਕਰਨ ਵਾਲੇ ਹੋ। ਭਾਵ ਆਪ ਜੀ ਹਰ ਜਗ੍ਹਾ ਦੇ ਉੱਤੇ ਮੌਜੂਦ ਹੋ। ਜਲੇ ਹੈ ਥੱਲੇ ਹੈ,
ਅਭੀਤ ਹੈ। ਭੀਤ ਦਾ ਅਰਥ ਹੁੰਦਾ ਡਰ। ਪਰਮੇਸ਼ਵਰ ਜੀ ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਅਭੀਤ, ਆਪ ਜੀ ਨੂੰ ਕਿਸੇ ਦਾ ਡਰ ਨਹੀਂ ਹੈ। ਅਭੀਤ ਹੈ, ਅਭੇ ਹੈ। ਅਭੇ, ਭੇ ਦਾ ਅਰਥ ਭੇਦ। ਪਰਮੇਸ਼ਵਰ ਜੀ ਤੁਹਾਡਾ ਕੋਈ ਭੇਦ ਨਹੀਂ ਪਾ ਸਕਦਾ। ਇਹ ਤੁਹਾਡੇ ਮਨ ਵਿੱਚ ਕੀ ਹੈ ਇਹ ਕੋਈ ਨਹੀਂ ਜਾਣ ਸਕਦਾ। ਤੁਹਾਡਾ ਕੋਈ ਭੇਤ ਨਹੀਂ ਪਾ ਸਕਦਾ। ਤੁਸੀਂ ਕਿੰਨੇ ਵਿਸ਼ਾਲ ਹੋ, ਤੁਸੀਂ ਧਰਤੀ ਤੇ ਵੀ ਹੋ, ਤੁਸੀਂ ਜਲ ਦੇ ਵਿੱਚ ਵੀ ਹੋ, ਤੁਸੀਂ ਹਰ ਜਗ੍ਹਾ ਦੇ ਉੱਤੇ ਮੌਜੂਦ ਹੋ ਤੇ ਤੁਹਾਨੂੰ ਕਿਸੇ ਦਾ ਡਰ ਵੀ ਨਹੀਂ ਤੇ ਤੁਹਾਡਾ ਕੋਈ ਭੇਤ ਨਹੀਂ ਪਾ ਸਕਦਾ। ਪ੍ਰਭੂ ਹੈ, ਆਜੂ ਹੈ। ਇਹ ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਆਪ ਜੀ ਹੁਕਮੇ ਮਾਲਕ ਹੋ। ਪ੍ਰਭੂ ਦਾ ਅਰਥ ਮਾਲਕ, ਹੁਕਮ ਕਰਨ ਵਾਲਾ, ਹਾਕਮ। ਪਰਮੇਸ਼ਵਰ ਜੀ ਤੁਸੀਂ ਹਾਕਮ ਹੋ, ਤੁਸੀਂ ਸਾਰਿਆਂ ਦੇ ਉੱਤੇ ਹੁਕਮ ਚਲਾਉਣ ਵਾਲੇ ਹੋ, ਮਾਲਕ ਹੋ ਸਭਨਾਂ ਦੇ। ਪ੍ਰਭੂ ਹੈ, ਅਜੂ ਹੈ। ਅਜੂ ਦਾ ਅਰਥ ਅਚਲ ਹੈ। ਤੂੰ ਚਲਾਏਮਾਨ ਨਹੀਂ ਹੈ, ਤੂੰ ਖਤਮ ਹੋਣ ਵਾਲਾ ਨਹੀਂ ਹੈ। ਅਜੂ ਹੈ, ਅਚਲ, ਤੂੰ ਕਦੀ ਵੀ ਖਤਮ ਨਹੀਂ ਹੋ ਸਕਦਾ, ਤੈਨੂੰ ਕੋਈ ਹਿਲਾ ਨਹੀਂ ਸਕਦਾ ਪਰਮੇਸ਼ਵਰ। ਇਸ ਕਰਕੇ ਆਪ ਜੀ ਪ੍ਰਭੂ, ਪ੍ਰਭੂ ਤੋਂ ਭਾਵ ਆਪ ਜੀ ਹਾਕਮ ਹੋ, ਮਾਲਕ ਹੋ ਸਭਨਾਂ ਦੇ। ਅਜੂ, ਆਪ ਜੀ ਅਚਲ ਹੋ, ਆਪ ਜੀ ਨੂੰ ਕੋਈ ਹਿਲਾ ਨਹੀਂ ਸਕਦਾ। ਆਦੇਸ਼ ਹੈ, ਅਭੇਸ ਹੈ। ਆਦੇਸ਼ ਭਾਵ ਇਹ ਪਰਮੇਸ਼ਵਰ ਜੀ ਤੇਰਾ ਕੋਈ ਵੀ ਦੇਸ਼ ਨਹੀਂ, ਤੇਰਾ ਕੋਈ ਇੱਕ ਦੇਸ਼ ਨਹੀਂ ਹੈ, ਸਾਰੇ ਦੇਸ਼ ਹੀ ਤੇਰੇ ਹਨ। ਕਿਸੇ ਖਾਸ ਵਿਸ਼ੇਸ਼ ਜੇ ਦੇਸ਼ ਦੇ ਨਾਲ ਤੁਸੀਂ ਸੰਬੰਧ ਨਹੀਂ ਰੱਖਦੇ, ਇਸ ਕਰਕੇ ਆਦੇਸ਼ ਹੋ ਤੁਸੀਂ। ਅਭੇਸ ਹੈ, ਇਹ ਪਰਮੇਸ਼ਰ, ਇਹ ਅਕਾਲ ਪੁਰਖ ਜੀ, ਆਪ ਜੀ ਅਭੇਸ਼ ਹੋ। ਭਾਵ ਕਿਸੇ ਤਰ੍ਹਾਂ ਦਾ ਕੋਈ ਖਾਸ ਪਹਿਰਾਵਾ ਆਪ ਜੀ ਨੇ ਨਹੀਂ ਪਹਿਨਿਆ ਹੋਇਆ, ਇਸ ਕਰਕੇ ਆਪ ਜੀ ਅਭੇਸ ਹੋ। ਕੋਈ ਖਾਸ ਪਹਿਰਾਵਾ ਪਹਿਨ ਕੇ ਨਹੀਂ ਰੱਖਦੇ, ਇਸ ਕਰਕੇ ਆਪ ਜੀ ਅਭੇਸ ਹੋ। ਆਦੇਸ਼ ਹੈ, ਅਭੇਸ ਹੈ। ਭੁਜੰਗ, ਪ੍ਰਯਾਤ, ਛੰਦ, ਅਗਾਧੇ, ਅਬਾਧੇ, ਆਨੰਦੀ ਸਰੂਪੇ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਨਮਸਤਵੰ ਨਿਰਨਾਥੇ, ਨਮਸਤਵੰ ਪਰਮਾਥੇ। ਨਮਸਤਵੰ ਅਗੰਜੇ, ਨਮਸਤਵੰ ਅਭੰਜੇ। ਨਮਸਤਵੰ ਅਕਾਲੇ, ਨਮਸਤਵੰ ਅਪਾਲੇ। ਨਮੋ ਸਰਬ ਦੇਸੇ, ਨਮੋ ਸਰਬ ਭੇਸੇ। ਨਮੋ ਰਾਜ ਰਾਜੇ, ਨਮੋ ਸਾਜ ਸਾਜੇ। ਨਮੋ ਸ਼ਾਹ ਸ਼ਾਹੇ, ਨਮੋ ਮਾਹ ਮਾਹੇ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਨਮੋ ਰੋਖ ਰੋਖੇ, ਨਮੋ ਸੋਖ ਸੋਖੇ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ। ਨਮੋ ਸਰਬ ਜੀਤੰ, ਨਮੋ ਸਰਬ ਭੀਤੰ। ਨਮੋ ਸਰਬ ਗਿਆਨੰ, ਨਮੋ ਪਰਮਤਾਨੰ। ਨਮੋ ਸਰਬ ਮੰਤਰੰ, ਨਮੋ ਸਰਬ ਜੰਤਰੰ। ਨਮੋ ਸਰਬ ਦ੍ਰਿਸ਼ੰ, ਨਮੋ ਸਰਬ ਕ੍ਰਿਸੰ। ਨਮੋ ਸਰਬ ਰੰਗੇ, ਤ੍ਰਿਭੰਗੀ ਅਨੰਗੇ। ਨਮੋ ਜੀਵ ਜੀਵੰ, ਨਮੋ ਬੀਜ ਬੀਜੇ। ਅਖਿਜੇ ਅਭਿਜੇ, ਸਮਸਤੰ ਪ੍ਰਸਿਜੇ। ਕਿਰਪਾਲੰ ਸਰੂਪੇ, ਕੁਕਰਮੰ ਪ੍ਰਣਾਸੀ। ਸਦਾ ਸਰਬਦਾ ਰਿੱਧ ਸਿਦੰ ਨਿਵਾਸੀ। ਸਤਿਗੁਰੂ ਬਖਸ਼ਿਸ਼ ਕਰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਭੁਜੰਗ ਪ੍ਰਯਾਤ ਛੰਦ ਦੇ ਅੰਦਰ ਅਗਾਧੇ ਆਬਾਧੇ, ਅਗਾਧੇ ਆਬਾਧੇ। ਅਗਾਧ ਦਾ ਅਰਥ ਹੁੰਦਾ ਹੈ ਸਾਧ ਸੰਗਤ ਜਿਹਦਾ ਥਾਹ ਨਾ ਪਾਇਆ ਜਾ ਸਕੇ, ਜਿਹਨੂੰ, ਜਿਹਦੀ ਡੂੰਘਾਈ ਨਾ ਨਾਪੀ ਜਾ ਸਕੇ, ਉਹ ਅਗਾਧ ਹੁੰਦਾ ਹੈ, ਜਿਹਦਾ ਥਾਹ ਨਾ ਪਾਇਆ ਜਾ ਸਕੇ। ਕੋਈ ਮਨੁੱਖ ਆ, ਉਹਦੇ ਬਾਰੇ ਆਪਾਂ ਜਾਣ ਸਕਦੇ ਹਾਂ ਕਿ ਉਹ ਕਿਹੋ ਜਿਹਾ ਹੈ, ਉਹਦੇ ਸੁਭਾਅ ਦਾ ਪਤਾ ਲੱਗ ਸਕਦਾ ਹੈ। ਇੱਥੋਂ ਤੱਕ ਵੀ ਕਈ ਵਾਰੀ ਕਹਿ ਦਿੰਦੇ ਕਿ ਮੈਂ ਤੇਰੇ ਬਾਰੇ ਸਾਰਾ ਕੁਝ ਜਾਣਦਾ, ਤੂੰ ਕਿਵੇਂ ਦਾ ਹੈ। ਪਰ ਪਰਮੇਸ਼ਵਰ ਕਿਵੇਂ ਦਾ ਹੈ ਇਹ ਕੋਈ ਨਹੀਂ ਜਾਣਦਾ, ਉਹਦਾ ਥਾਹ ਨਹੀਂ ਪਾਇਆ ਜਾ ਸਕਦਾ। ਅਗਾਧੇ ਹੈ ਉਹ, ਆਬਾਧੇ।
ਆਬਾਦੇ ਦਾ ਅਰਥ ਹੈ ਸਾਧ ਸੰਗਤ। ਬਾਧ ਦਾ ਅਰਥ ਹੁੰਦਾ ਹੈ ਰੋਕ ਪਾਉਣਾ, ਰੋਕ ਦੇਣਾ, ਕਿਸੇ ਚੀਜ਼ ਦੇ ਵਿੱਚ ਵਾਧਾ ਪਾ ਦੇਣਾ। ਬਾਧ ਜਿਵੇਂ ਰੋਕ ਪਾ ਦੇਣੀ, ਕਿਸੇ ਦੇ ਟੋਕ ਦੇਣਾ, ਕਿਸੇ ਵੀ ਕੋਈ ਕਿਤੇ ਜਾ ਰਿਹਾ ਉਹਨੂੰ ਰੋਕ ਦੇਣਾ ਰਸਤੇ ਦੇ ਵਿੱਚ, ਉਹਨੂੰ ਕਹਿੰਦਾ ਬਾਧ। ਕੋਈ ਕਹਿੰਦਾ ਕਿ ਮੈਨੂੰ ਤੇ ਬਾਧ ਪਾ ਦਿੱਤੀ ਸੀ ਫਲਾਣੇ ਬੰਦੇ ਨੇ, ਮੈਨੂੰ ਇਸ ਕੰਮ ਤੇ ਮੈਂ ਲਈ ਚੱਲਿਆ ਸੀ, ਉਹਦੇ ਵਿੱਚ ਰੋਕ ਪਾਤੀ, ਮੈਨੂੰ ਕਹਿੰਦਾ ਇਹ ਕੰਮ ਤੂੰ ਨਾ ਕਰ, ਆਪਾਂ ਇੱਧਰ ਨੂੰ ਚੱਲਦੇ। ਸੋ ਉਹਨੂੰ ਕਹਿੰਦੇ ਬਾਧ ਪਾਉਣੀ, ਰੋਕ ਦੇਣਾ। ਆਬਾਦੇ, ਪਰਮੇਸ਼ਵਰ ਜੀ ਤੁਹਾਡੇ ਰਸਤੇ 'ਚ ਕੋਈ ਕਿਸੇ ਤਰ੍ਹਾਂ ਦੀ ਬਾਧਾ ਜਿਹੜੀ ਉਹ ਨਹੀਂ ਆ ਸਕਦੀ। ਤੁਸੀਂ ਜਿਹੜਾ ਵੀ ਕਾਰਜ ਹੈ ਉਹ ਆਪਣੀ ਮਰਜ਼ੀ ਨਾਲ ਕਰਦੇ ਹੋ, ਕੋਈ ਵੀ ਤੁਹਾਨੂੰ ਬਾਧ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ। ਤੁਸੀਂ ਜੋ ਵੀ ਕਰਨਾ ਚਾਹੋ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਆਨੰਦੀ ਸਰੂਪੇ, ਆਨੰਦੀ ਦਾ ਅਰਥ ਹੁੰਦਾ ਹੈ ਆਨੰਦ। ਪਰਮੇਸ਼ਵਰ ਜੀ ਤੁਹਾਡਾ ਸਰੂਪ ਕਿਵੇਂ ਦਾ? ਆਨੰਦ ਸਰੂਪ ਹੈ। ਤੁਸੀਂ ਸਦਾ ਹੀ ਆਨੰਦ 'ਚ ਰਹਿੰਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ, ਆਨੰਦ ਦੇ ਵਿੱਚ ਰਹਿੰਦੇ ਹੋ, ਆਪਣੀ ਮਰਜ਼ੀ ਦੇ ਮਾਲਕ ਹੋ, ਜੋ ਚਾਹੋ ਉਹ ਕਰ ਸਕਦੇ। ਨਮੋ ਸਰਬ ਮਾਨੇ, ਇਹ ਪਰਮੇਸ਼ਵਰ ਜੀ ਸਭ ਜੀਵ ਤੈਨੂੰ ਹੀ ਸਿਰ ਨਿਵਾਉਂਦੇ ਆ, ਸਾਰੇ ਤੇਰੇ ਅੱਗੇ ਝੁਕਦੇ ਆ, ਤੇਰਾ ਮਾਣ ਸਤਿਕਾਰ ਕਰਦੇ ਆ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਕਿਉਂ ਨਮਸਕਾਰਾਂ ਕਰਦੇ ਆ ਪਰਮੇਸ਼ਵਰ ਜੀ? ਕਿਉਂਕਿ ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਸਮਸਤੀ ਨਿਧਾਨੇ, ਸਾਰੇ ਹੀ ਖਜ਼ਾਨੇ ਤੁਹਾਡੇ ਕੋਲ ਹਨ, ਤੁਸੀਂ ਜੋ ਵੀ ਜਿਸ ਨੂੰ ਚਾਹੋ ਉਹਨੂੰ ਦਿੰਦੇ ਹੋ, ਇਸ ਕਰਕੇ ਸਾਰੇ ਜੀਵ ਤੁਹਾਡੇ ਅੱਗੇ ਝੁਕ ਰਹੇ ਹਨ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਤੂੰ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ, ਤੇਰੇ ਕੋਲ ਸਾਰੇ ਖਜ਼ਾਨੇ ਹਨ, ਧਨ ਪਦਾਰਥਾਂ ਦੇ ਖਜ਼ਾਨੇ, ਗੁਣਾਂ ਦੇ ਖਜ਼ਾਨੇ, ਸਾਰੇ ਖਜ਼ਾਨੇ ਤੁਹਾਡੇ ਕੋਲ ਹਨ। ਨਿਧਾਨੇ ਦਾ ਅਰਥ, ਆਪਾਂ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਆਪਾਂ ਕੀਤਾ ਹੈ, ਵਾਰ-ਵਾਰ ਸ਼ਬਦ ਆ ਰਿਹਾ, ਧਿਆਨ ਰੱਖਣਾ। ਸਮਸਤੀ ਨਿਧਾਨੇ, ਸਾਰਿਆਂ ਖਜ਼ਾਨਿਆਂ ਦੇ ਮਾਲਕ ਹੋ ਤੁਸੀਂ, ਇਸ ਕਰਕੇ ਆਪ ਜੀ ਨੂੰ ਸਾਰੇ ਮੰਨਦੇ ਹਨ, ਆਪ ਜੀ ਦੇ ਹਜ਼ੂਰ ਸਾਰੇ ਝੁਕਦੇ ਹਨ। ਨਮਸਤਵੰ ਨਿਰਨਾਥੇ, ਨਮਸਤਵੰ ਪ੍ਰਮਾਥੇ, ਨਮਸਤਵੰ ਸ਼ਬਦ ਨਮਸਤਵੰ ਆ ਗਿਆ, ਜਿਹੜਾ ਵਾਵਾ ਪੈਰ ਦੇ ਵਿੱਚ ਲੱਗਾ ਹੈ, ਜਿਹੜੀ ਉੱਪਰ ਹੀ ਟਿੱਪੀ ਹੈ ਨਾ, ਇਸ ਵਾਵੇ ਸ਼ਬਦ ਦੇ ਉੱਪਰ ਲੱਗਣੀ ਹੈ, ਔਰ ਇਹਨੇ ਅੱਧਾ ਗੱਗਾ ਬੋਲਣਾ। ਨਮਸਤਵੰ, ਤੈਨੂੰ ਨਮਸਕਾਰ ਹੈ, ਇਹਦੇ ਇਹ ਅਰਥ ਹਨ, ਤੈਨੂੰ ਪਰਮੇਸ਼ਰ ਨਮਸਕਾਰ ਹੈ। ਨਮਸਤਵੰ, ਨਮਸਤਵੰ ਨਿਰਨਾਥੇ, ਨਾਥ ਦਾ ਅਰਥ ਹੁੰਦਾ ਹੈ ਕਿਸੇ ਦਾ ਕੋਈ ਖਸਮ ਹੋਵੇ, ਕਿਸੇ ਦਾ ਕੋਈ ਪਾਲਣ ਵਾਲਾ ਹੋਵੇ, ਕਿਸੇ ਦਾ ਕੋਈ ਰੱਖਿਆ ਕਰਨ ਵਾਲਾ ਹੋਵੇ। ਪਰਮੇਸ਼ਵਰ ਜੀ ਤੁਸੀਂ ਨਿਰਨਾਥ ਹੋ, ਬਿਨਾਂ ਨਾਥ ਤੋਂ, ਭਾਵ ਤੁਹਾਡਾ ਕੋਈ ਖਸਮ ਨਹੀਂ, ਤੁਹਾਡੇ ਉੱਤੇ ਸਿਰ ਦੇ ਉੱਤੇ ਕੋਈ ਖਸਮ ਨਹੀਂ ਜਿਹੜਾ ਤੁਹਾਡੀ ਪਾਲਣਾ ਕਰੇ, ਜਿਹੜਾ ਤੁਹਾਨੂੰ ਚਲਾ ਸਕੇ, ਇਸ ਤਰ੍ਹਾਂ ਦਾ ਤੁਹਾਡੇ ਸਿਰ ਉੱਤੇ ਕੋਈ ਵੀ ਨਹੀਂ ਹੈ। ਨਮਸਤਵੰ ਪਰਮਾਥੇ, ਪਰਮਾਥੇ ਦਾ ਅਰਥ ਹੁੰਦਾ ਹੈ ਨਾਸ਼ ਕਰਨ ਵਾਲਾ, ਪਰਲੋ ਲੈ ਕੇ ਆਉਣ ਵਾਲਾ, ਸਾਰਾ ਕੁਝ ਤੈਸ਼ ਨੈਸ਼ ਕਰਨ ਵਾਲਾ। ਤੇ ਪਰਮੇਸ਼ਵਰ ਜੀ ਤੁਸੀਂ ਇੱਕ ਮਿੰਟ ਵਿੱਚ ਚਾਹੋ ਤੇ ਪਰਲੋ ਲਿਆ ਸਕਦੇ, ਇੱਕ ਮਿੰਟ ਦੇ ਵਿੱਚ ਸਾਰਾ ਕੁਝ ਨਾਸ਼ ਕਰ ਸਕਦੇ ਹੋ। ਇਸ ਕਰਕੇ ਆਪ ਜੀ ਨੂੰ ਸਾਡੀ ਨਮਸਕਾਰ ਹੈ ਕਿ ਆਪ ਜੀ ਪਰਮਾਥੇ ਹੋ, ਨਾਸ਼ ਕਰਨ ਵਾਲੇ ਹੋ। ਨਮਸਤਵੰ ਅਗੰਜੇ, हे ਪਰਮੇਸ਼ਵਰ ਜੀ ਨਮਸਕਾਰ ਹੈ ਆਪ ਜੀ ਨੂੰ ਕਿ ਆਪ ਜੀ ਕਿਸੇ ਵੀ ਨਾ ਤੁਹਾਡੇ ਤੋਂ ਕੋਈ ਅੱਗੇ ਨਹੀਂ ਹੈਗਾ। ਅਗੰਜ, ਕੋਈ ਤੁਹਾਡੇ ਤੋਂ ਅੱਗੇ ਨਹੀਂ, ਭਾਵ ਤੁਸੀਂ ਅਜਿੱਤ ਹੋ, ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਗੰਜ ਦਾ ਅਰਥ ਹੁੰਦਾ ਹੈ ਜਿੱਤਣਾ। ਅਗੰਜ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ, ਕਿਉਂਕਿ ਤੁਹਾਡੇ ਤੋਂ ਅੱਗੇ ਕੋਈ ਹੋਵੇ ਤੇ ਤੁਹਾਨੂੰ ਜਿੱਤੇ, ਇਸ ਕਰਕੇ ਆਪ ਜੀ ਅਗੰਜ ਰੂਪ ਹੋ। ਨਮਸਤਵੰ ਅਗੰਜੇ, ਨਮਸਤਵੰ ਅਭੰਜੇ, ਅਭੰਜ ਦਾ ਅਰਥ ਹੁੰਦਾ ਹੈ ਆਪ ਜੀ ਨੂੰ ਤੋੜਿਆ ਨਹੀਂ ਜਾ ਸਕਦਾ, ਵੱਖ-ਵੱਖ ਨਹੀਂ ਕੀਤਾ ਜਾ ਸਕਦਾ ਕਿ ਪਰਮੇਸ਼ਵਰ ਨੂੰ ਵੱਖ-ਵੱਖ ਟੁਕੜਿਆਂ ਦੇ ਵਿੱਚ ਤੋੜ ਲਿਆ ਜਾਵੇ। ਆਪ ਇੱਕ ਸਰੂਪ ਹੋ, ਆਪ ਜੀ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਨਮਸਤਵੰ ਅਗੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਇਹ ਪਰਮੇਸ਼ਵਰ ਜੀ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਕਾਲ ਰਹਿਤ ਹੋ, ਭਾਵ ਸਮੇਂ ਦੇ ਵਿੱਚ ਨਹੀਂ ਆਉਂਦੇ, ਭਾਵ ਆਪ ਜੀ ਨੂੰ ਮੌਤ ਨਹੀਂ ਆਉਣੀ, ਆਪ ਨੂੰ ਮੌਤ ਪੋ ਨਹੀਂ ਸਕਦੀ, ਕਿਉਂਕਿ ਮੌਤ, ਕਾਲ ਦਾ ਨਾਮ ਹੀ ਮੌਤ ਹੈ, ਸਮੇਂ ਦਾ ਨਾਮ ਹੀ ਮੌਤ ਹੈ। ਜਿਹੜੀ ਚੀਜ਼ ਸਮੇਂ ਦੇ ਵਿੱਚ ਹੈ ਉਹਨੇ ਇੱਕ ਦਿਨ ਖਤਮ ਹੋ ਜਾਣਾ। ਅਸੀਂ ਸਾਰੇ ਸਮੇਂ ਦੇ ਅਧੀਨ ਆ,
ਸੰਸਾਰ ਦੀ ਹਰ ਚੀਜ਼ ਸਮੇਂ ਦੇ ਅਧੀਨ ਹੈ ਤੇ ਉਹਨੂੰ ਜਿਹੜਾ ਮੌਤ ਆਉਂਦੀ ਹੀ ਆਉਂਦੀ ਹੈ, ਉਹ ਇੱਕ ਦਿਨ ਖਤਮ ਹੁੰਦੀ ਹੈ। ਵੱਡੇ ਵੱਡੇ ਕਿਲੇ ਆ ਸਮੇਂ ਦੇ ਵਿੱਚ ਬਣੇ ਸੀ, ਸਮੇਂ ਦੇ ਵਿੱਚ ਖਤਮ ਹੋ ਗਏ, ਖੰਡਰ ਬਣ ਗਏ। ਕਈ ਰੁੱਖ ਜਿਹੜੇ ਆ ਉਹ ਸਮੇਂ ਦੇ ਵਿੱਚ ਬਣੇ, ਹੁਣ ਉਹ ਖਤਮ ਹੋ ਗਏ। ਕਈ ਮਨੁੱਖ ਸਮੇਂ ਦੇ ਵਿੱਚ ਬਣੇ, ਸਮਾਂ ਉਹਨਾਂ ਨੂੰ ਖਾ ਗਿਆ, ਸਮਾਂ ਆਇਆ, ਉਹਨਾਂ ਦਾ ਕਾਲ ਆਇਆ ਤੇ ਉਹ ਮਰ ਗਏ। ਪਰ ਪਰਮੇਸ਼ਵਰ ਅਕਾਲੇ ਹੈ। ਇਸ ਪਰਮੇਸ਼ਵਰ ਨੂੰ ਕੋਈ ਮੌਤ ਨਹੀਂ ਆਉਂਦੀ, ਇਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਨਮਸਕਾਰ ਹੈ ਆਪ ਜੀ ਨੂੰ, ਆਪ ਜੀ ਅਕਾਲੇ ਹੋ। ਨਮਸਤਵੰ ਅਪਾਲੇ। ਫਿਰ ਇਹ ਪਰਮੇਸ਼ਵਰ ਜੀ, ਤੁਹਾਨੂੰ ਕਿਸੇ ਦੀ ਪਾਲਣਾ ਦੀ ਲੋੜ ਨਹੀਂ ਪੈਂਦੀ, ਕੋਈ ਤੁਹਾਨੂੰ ਪਾਲਦਾ ਨਹੀਂ ਹੈ। ਸੰਸਾਰ ਤੇ ਹਰ ਜੀਵ ਹੈ ਨਾ, ਉਹਦੀ ਪਾਲਣਾ ਕੋਈ ਨਾ ਕੋਈ ਕਰ ਹੀ ਰਿਹਾ। ਉਹ ਕਿਸੇ ਨਾ ਕਿਸੇ ਦੇ ਆਸਰੇ ਉਹ ਹੈ, ਚੱਲ ਰਿਹਾ ਹੈ। ਭਾਵੇਂ ਉਹ ਕਿਸੇ ਨਾ ਕਿਸੇ ਦੇ ਆਸਰੇ ਦੇ ਨਾਲ ਹੀ ਕਾਰਜ ਕਰ ਰਿਹਾ, ਭਾਵੇਂ ਕੋਈ ਵੀ ਹੋਵੇ ਸੰਸਾਰ ਦੇ ਉੱਤੇ, ਉਹਨੂੰ ਹਰ ਕਿਸੇ ਨੂੰ ਕਿਸੇ ਨਾ ਕਿਸੇ ਦੀ ਆਸਰੇ ਦੀ ਲੋੜ ਪੈਂਦੀ ਹੈ। ਪਰ ਪਰਮੇਸ਼ਵਰ ਨਿਰ ਆਸਰਾ ਹੈ, ਪਰਮੇਸ਼ਵਰ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਇਹ ਪਰਮੇਸ਼ਵਰ ਹੀ ਤੁਸੀਂ ਅਪਾਲੇ ਹੋ। ਸਾਡੀ ਨਮਸਕਾਰ ਹੈ ਕਿ ਤੁਹਾਡੀ ਕੋਈ ਹੋਰ ਪਾਲਣਾ ਨਹੀਂ ਕਰਦਾ। ਨਮੋ ਸਰਬ ਦੇਸੇ, ਨਮੋ ਸਰਬ ਭੇਸੇ। हे ਪਰਮੇਸ਼ਵਰ ਜੀ, ਤੁਸੀਂ ਸਾਰਿਆਂ ਦੇਸ਼ਾਂ ਦੇ ਵਿੱਚ ਮੌਜੂਦ ਹੋ। ਜਿੰਨੇ ਵੀ ਦੇਸ਼ ਹਨ, ਉਹਨਾਂ ਸਾਰਿਆਂ ਦੇਸ਼ਾਂ ਦੇ ਵਿੱਚ ਆਪ ਜੀ ਹੀ ਵਿਰਾਜਮਾਨ ਹੋ, ਆਪ ਜੀ ਹੀ ਮੌਜੂਦ ਹੋ। ਨਮੋ ਸਰਬ ਭੇਸੇ। ਇਹ ਪਰਮੇਸ਼ਵਰ ਜੀ, ਜਿੰਨੇ ਵੀ ਜੀਵ ਹਨ, ਸਾਰੇ ਜੀਵਾਂ ਦੇ ਜਿੰਨੇ ਵੀ ਪਹਿਰਾਵੇ ਹਨ, ਜੋ ਵੀ ਉਹ ਪਹਿਨਦੇ ਹਨ, ਉਹਨਾਂ ਸਾਰਿਆਂ ਪਹਿਰਾਵਿਆਂ ਦੇ ਵਿੱਚ ਵੀ ਤੁਸੀਂ ਆਪ ਹੀ ਹੋ। ਨਮਸਤਵੰ ਅਗੰਜੇ, ਨਮਸਤਵੰ ਅਪੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬ ਦੇਸੇ, ਨਮੋ ਸਰਬ ਭੇਸੇ। ਜਿੰਨੇ ਵੀ ਭੇਸ਼ ਹਨ ਸੰਸਾਰ ਦੇ, ਕੋਈ ਕਿਸੇ ਤਰ੍ਹਾਂ ਦਾ ਪਹਿਰਾਵਾ ਪਹਿਨ ਦਾ, ਕੋਈ ਕਿਸੇ ਤਰ੍ਹਾਂ ਦਾ ਪਹਿਰਾਵਾ ਪਹਿਨ ਦਾ, ਉਹ ਪਹਿਰਾਵਿਆਂ ਨੂੰ ਪਹਿਨਣ ਵਾਲੇ ਜਾਂ ਉਹ ਪਹਿਰਾਵਿਆਂ ਦਾ ਰੂਪ ਤੁਸੀਂ ਆਪ ਹੀ ਹੋ। ਨਮੋ ਰਾਜ ਰਾਜੇ, ਨਮੋ ਸਾਜ ਸਾਜੇ। ਇਹ ਪਰਮੇਸ਼ਵਰ ਜੀ, ਤੁਸੀਂ ਰਾਜਿਆਂ ਦੇ ਮਹਾਰਾਜੇ। ਕਿਉਂ? ਕਿਉਂਕਿ ਸ੍ਰਿਸ਼ਟੀ ਦੇ ਜਿੰਨੇ ਵੀ ਰਾਜੇ ਹਨ, ਉਹਨਾਂ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ। ਇਸ ਕਰਕੇ ਤੁਸੀਂ ਉਹਨਾਂ ਰਾਜਿਆਂ ਦੇ ਮਹਾਰਾਜੇ। ਸੰਸਾਰ ਤੇ ਜਿੰਨੇ ਵੀ ਜੀਵ ਆ ਨਾ, ਉਹਨਾਂ ਦੇ ਰਾਜੇ ਹਨ, ਜਾਂ ਕਹਿ ਲਓ ਅੱਜ ਦੀ ਭਾਸ਼ਾ 'ਚ ਉਹਨਾਂ ਦੇ ਪ੍ਰਧਾਨ ਮੰਤਰੀ ਹਨ, ਮੁੱਖ ਮੰਤਰੀ, ਰਾਸ਼ਟਰਪਤੀ ਹਨ। ਪਰ ਪਰਮੇਸ਼ਵਰ ਜਿਹੜਾ ਉਹਨਾਂ ਤੋਂ ਸਾਰਿਆਂ ਤੋਂ ਉੱਚਾ ਹੈ, ਕਿਉਂਕਿ ਉਹਨੇ ਸਾਰਿਆਂ ਨੂੰ ਬਣਾਇਆ ਹੈ। ਇਸ ਕਰਕੇ ਉਹ ਰਾਜਿਆਂ ਦਾ ਮਹਾਰਾਜਾ ਹੈ। ਇਹ ਪਰਮੇਸ਼ਵਰ ਅਕਾਲ ਪੁਰਖ ਜੀ, ਆਪ ਜੀ ਰਾਜਿਆਂ ਦੇ ਰਾਜੇ ਹੋ। ਜਿੰਨੇ ਸੰਸਾਰ ਤੇ ਰਾਜੇ ਹਨ, ਉਹਨਾਂ ਦੇ ਆਪ ਜੀ ਰਾਜੇ ਹੋ। ਨਮੋ ਸਾਜ ਸਾਜੇ। ਸਾਜ ਦੇ ਅਰਥ ਹੁੰਦਾ ਹੈ ਜੋ ਸਾਜ ਵਜਾਉਣ ਵਾਲੇ। ਕਈ ਤਰ੍ਹਾਂ ਦੇ ਸਾਜ ਹਨ, ਜਿਹੜੇ ਤਾਰ ਨਾਲ ਵੱਜਦੇ ਆ, ਜਿਹੜੇ ਹਵਾ ਨਾਲ ਵੱਜਦੇ ਆ, ਜਿਹੜੇ ਹੱਥਾਂ ਦੇ ਨਾਲ ਖੜਕਾ ਕੇ ਵੱਜਦੇ, ਇਹ ਸਾਰੇ ਸਾਜ ਆ ਜਾਂਦੇ। ਇਹ ਜਿੰਨੇ ਵੀ ਸਾਜ ਹਨ, ਇਹਨਾਂ ਸਾਰਿਆਂ ਸਾਜ਼ਾਂ ਤੋਂ ਉੱਤਮ ਤੇ ਸ਼੍ਰੋਮਣੀ ਸਾਜ ਤੁਸੀਂ ਹੋ, ਕਿਉਂਕਿ ਆਪ ਜੀ ਨੇ ਸਾਰਿਆਂ ਨੂੰ ਸਾਜਿਆ ਹੈ। ਆਪ ਹੀ ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ। ਇਸ ਕਰਕੇ ਸਾਰੀ ਸ੍ਰਿਸ਼ਟੀ ਦੇ ਸਾਜਣ ਵਾਲੇ ਤੁਸੀਂ ਹੋ ਪਰਮੇਸ਼ਵਰ ਜੀ। ਸਾਰੇ ਤਰ੍ਹਾਂ ਦੇ ਸਾਜ ਆਪ ਜੀ ਤੋਂ ਹੀ ਪੈਦਾ ਹੋਏ ਆ। ਇਸ ਕਰਕੇ ਸਾਰਿਆਂ ਨੂੰ ਸਾਜਣ ਵਾਲੇ ਵੀ ਤੁਸੀਂ ਹੋ ਤੇ ਸਾਰਿਆਂ ਸਾਜ਼ਾਂ ਦੇ ਵਿੱਚ ਵੀ ਤੁਸੀਂ ਹੋ। ਨਮੋ ਸਾਜ ਸਾਜੇ। ਨਮਸਕਾਰ ਹੈ ਆਪ ਜੀ ਨੂੰ। ਨਮੋ ਸ਼ਾਹ ਸ਼ਾਹੀ। ਇਹ ਪਰਮੇਸ਼ਵਰ ਜੀ, ਤੁਸੀਂ ਪਾਤਸ਼ਾਹਾਂ ਦੇ ਪਾਤਸ਼ਾਹ। ਬੜੇ ਪਾਤਸ਼ਾਹ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਤਸ਼ਾਹ ਕਹਿਲਾਇਆ, ਵੱਡੇ ਵੱਡੇ ਪਾਤਸ਼ਾਹ। ਪਰ ਪਰਮੇਸ਼ਵਰ ਜੀ, ਤੁਸੀਂ ਉਹਨਾਂ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ। ਕਿਉਂ? ਕਿਉਂਕਿ ਆਪ ਜੀ ਇਹਨਾਂ ਨੂੰ ਪੈਦਾ ਕਰਨ ਵਾਲੇ। ਨਮੋ ਮਾਹ ਮਾਹੇ। ਇਹ ਪਰਮੇਸ਼ਵਰ ਜੀ, ਮਾਹ ਦਾ ਅਰਥ ਹੁੰਦਾ ਹੈ ਸਾਧ ਸੰਗਤ ਚੰਦਰਮਾ। ਆਪ ਜੀ ਚੰਦਰਮਾ ਦੇ ਚੰਦਰਮਾ ਹੋ। ਕੱਲ ਸ਼ਬਦ ਚੰਦਰ ਆਇਆ ਸੀ, ਅੱਜ ਮਾਹ ਆ ਗਿਆ। ਇਸ ਮਾਹ ਸ਼ਬਦ ਦਾ ਅਰਥ ਵੀ ਚੰਦਰਮਾ ਹੈ। हे ਪਰਮੇਸ਼ਵਰ ਜੀ, ਤੁਸੀਂ ਚੰਦਰਮਾ ਦੇ ਚੰਦਰਮਾ ਹੋ। ਕਿਉਂ? ਕਿਉਂਕਿ ਚੰਦਰਮਾ ਵੀ ਤੁਹਾਡੇ ਕੋਲੋਂ ਹੀ ਰੌਸ਼ਨੀ ਪ੍ਰਾਪਤ ਕਰਦਾ ਹੈ। ਇਸ ਕਰਕੇ ਤੁਸੀਂ ਚੰਦਰਮਾ ਦੇ ਵੀ ਚੰਦਰਮਾ ਹੋ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਪਰਮੇਸ਼ਵਰ ਜੀ, ਤੁਸੀਂ ਮਹਾਨ ਗੀਤ ਹੋ। ਸਭ ਤੋਂ ਸਿਰਮੌਰ ਗੀਤ ਤੁਸੀਂ ਹੋ। ਕਿਉਂ? ਕਿਉਂਕਿ ਸਾਰੇ ਗੀਤ ਤੁਹਾਡੇ ਵਿੱਚੋਂ ਹੀ ਪੈਦਾ ਹੋਏ ਆ। ਨਮੋ ਪ੍ਰੀਤ ਪ੍ਰੀਤੇ,
ਤੇ ਸੰਸਾਰ ਦੀਆਂ ਜਿੰਨੀਆਂ ਵੀ ਪ੍ਰੀਤਾਂ ਹਨ, ਸੰਸਾਰ ਦੇ ਵਿੱਚ ਜਿੰਨੇ ਵੀ ਪਿਆਰ ਹਨ, ਜਿੰਨੇ ਵੀ ਤਰ੍ਹਾਂ ਦੇ ਪਿਆਰ ਹਨ, ਕੋਈ ਕਿਸੇ ਨੂੰ ਕਿਸੇ ਤਰੀਕੇ ਨਾਲ ਪਿਆਰ ਕਰਦਾ ਹੈ, ਮਾਂ ਦਾ ਬੱਚੇ ਨਾਲ, ਬੱਚੇ ਦਾ ਮਾਂ ਨਾਲ, ਇਸ ਤਰ੍ਹਾਂ ਹੋਰ ਜਿੰਨੇ ਵੀ ਪਿਆਰ ਹਨ ਉਹਨਾਂ ਦੀ ਸਿਖਰ ਤੁਸੀਂ ਨਮੋ ਪ੍ਰੀਤ ਪ੍ਰੀਤੇ, ਤੁਸੀਂ ਸਾਰਿਆਂ ਜੀਵਾਂ ਨੂੰ ਪ੍ਰੀਤ ਕਰਨ ਦੀ ਜਾਚ ਦੱਸੀ ਆ, ਪਿਆਰ ਪਾਉਣ ਦੀ ਜਾਚ ਦੱਸੀ ਆ। ਇਸ ਕਰਕੇ ਪਿਆਰ ਦੀ ਆਰੰਭਤਾ ਤੁਹਾਡੇ ਤੋਂ ਹੋਈ ਹੈ, ਇਸ ਕਰਕੇ ਤੁਸੀਂ ਪਿਆਰ ਰੂਪ ਹੋ, ਸਭ ਤੋਂ ਉੱਚੀ ਪਿਆਰ ਦੀ ਮੂਰਤ ਤੁਸੀਂ ਹੋ। ਨਮੋ ਪ੍ਰੀਤ ਪ੍ਰੀਤੇ, ਪ੍ਰੀਤ ਦੀ ਵੀ ਪ੍ਰੀਤ ਆਪ ਜੀ ਹੋ। ਨਮੋ ਰੋਖ ਰੋਖੇ, ਰੋਖ ਦਾ ਅਰਥ ਹੁੰਦਾ ਗੁੱਸਾ, ਕ੍ਰੋਧ, ਭਿਆਨਕ ਗੁੱਸਾ। ਪਰਮੇਸ਼ਵਰ ਜੀ ਤੁਸੀਂ ਗੁਸੈਲਾ ਰੂਪ ਵੀ ਹੈ ਆਪ ਜੀ ਦਾ। ਜਿੱਥੇ ਪਰਮੇਸ਼ਰ ਦਾ ਪਿਆਰ ਵਾਲਾ ਰੂਪ ਹੈ ਨਾ, ਉੱਥੇ ਉਸ ਪਰਮੇਸ਼ਰ ਦਾ, ਉਸ ਅਕਾਲ ਪੁਰਖ ਦਾ ਜਿਹੜਾ ਹੈ, ਉਸ ਦਾ ਗੁੱਸੇ ਵਾਲਾ ਰੂਪ ਵੀ ਹੈ। ਤੇ ਉਹ ਗੁੱਸੇ ਵਾਲਾ ਰੂਪ ਹੀ ਉਹਦਾ ਜਿਹੜਾ ਹੈ, ਉਹ ਸਾਰੇ ਸੰਸਾਰ ਦੇ ਗੁੱਸੇ ਤੋਂ ਵੀ ਤਕੜਾ ਹੈ। ਕੋਈ ਕਹਿੰਦਾ ਕਿ ਇਸ ਮਨੁੱਖ ਦਾ ਗੁੱਸਾ ਬੜਾ ਭੈੜਾ ਹੈ, ਪਰ ਪਰਮੇਸ਼ਵਰ ਦਾ ਗੁੱਸਾ ਇੰਨਾ ਭੈੜਾ ਹੈ, ਇੱਕ ਛਿਣ ਵਿੱਚ ਚਾਹੇ ਤੇ ਸਾਰੀ ਧਰਤੀ ਨਾਸ਼ ਕਰ ਦੇ। ਨਮੋ ਰੋਖ ਰੋਖੇ, ਸਿਖਰ ਹੋ ਤੁਸੀਂ ਗੁੱਸੇ ਦੀ ਵੀ। ਨਮੋ ਸੋਕ ਸੋਕੇ, ਹੇ ਪਰਮੇਸ਼ਵਰ ਜੀ ਆਪ ਜੀ ਸੋਕਿਆਂ ਦੇ ਵੀ ਸੋਕੇ ਹੋ। ਜਦੋਂ ਆਪ ਜੀ ਖਤਮ ਕਰਨ ਤੇ ਆਓ ਨਾ, ਸਾਰੇ ਸੰਸਾਰ ਨੂੰ ਸੋਖ ਲਓ, ਸਾਰੇ ਸੰਸਾਰ ਨੂੰ ਸੁਕਾ ਦੋ, ਐਸੇ ਹੋ ਆਪ ਜੀ। ਨਮੋ ਨਮਸਕਾਰ ਹੈ, ਆਪ ਜੀ ਸੋਕਿਆਂ ਦੇ ਵੀ ਸੋਕੇ ਹੋ। ਨਮੋ ਸੋਕ ਸੋਕੇ। ਵਾਹਿਗੁਰੂ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ, हे ਪਰਮੇਸ਼ਵਰ ਜੀ ਆਪ ਸਰਬ ਰੋਗੇ, ਰੋਗ ਜਿਹੜੇ ਹਨ ਮਨੁੱਖ ਨੂੰ ਲੱਗਦੇ, ਆਪ ਉਹਨਾਂ ਰੋਗਾਂ ਦੇ ਵੀ ਸਰਬ ਰੋਗੇ, ਸਾਰਿਆਂ ਰੋਗਾਂ ਦੇ ਕਰਤਾ ਵੀ ਤੁਸੀਂ ਹੋ। ਭਾਵ ਮੌਤ ਦਾ ਰੋਗ ਹੈ ਨਾ, ਮੌਤ ਦਾ ਦੁੱਖ ਸਭ ਤੋਂ ਵੱਡਾ ਹੈ। ਰੋਗ ਦਾ ਅਰਥ ਡਰ, ਸਭ ਤੋਂ ਵੱਡਾ ਦੁੱਖ ਜਿਹੜਾ ਮਨੁੱਖ ਨੂੰ ਲੱਗਾ ਮੌਤ ਦਾ, ਸਭ ਤੋਂ ਵੱਡਾ ਰੋਗ ਕਿ ਮਰ ਜਾਣਾ ਹੈ ਮੈਂ। ਪਰ ਪਰਮੇਸ਼ਵਰ ਜੀ ਉਹ ਰੋਗ ਦੇ ਲਾਉਣ ਵਾਲੇ ਕੌਣ ਹੋ? ਤੁਸੀਂ। ਸਾਰਿਆਂ ਨੂੰ ਤੁਸੀਂ ਉਹ ਰੋਗ ਲਾਇਆ ਆ। ਜੇ ਕਿਸੇ ਨੂੰ ਮੌਤ ਦਾ ਰੋਗ ਨਾ ਲੱਗਾ ਹੋਵੇ ਤੇ ਉਹ ਤੇ ਮਨੁੱਖ ਫਿਰ ਰੱਬ ਹੀ ਬਣ ਜਾਂਦਾ ਸੀ ਨਾ। ਹਰਨਾਕਸ਼ ਨੂੰ, ਹਰਨਾਕਸ਼ ਨੇ ਕਿਹਾ ਸੀ ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ, ਮੈਨੂੰ ਤੇ ਮੌਤ ਆਉਣੀ ਹੀ ਨਹੀਂ। ਕਿੰਨਾ ਹੰਕਾਰੀ ਹੋ ਗਿਆ, ਆਪਣੇ ਪੁੱਤਰ ਤੱਕ ਨੂੰ ਨਹੀਂ ਛੱਡਿਆ ਸੀ, ਉਹਨੂੰ ਵੀ ਕਿਤੇ ਕਿਤੇ ਸੁਟਾ ਦਿੱਤਾ ਸਮੁੰਦਰ 'ਚ, ਕਿਤੇ ਪਹਾੜ ਤੋਂ ਸੁਟਾ ਦਿੱਤਾ, ਕਿਤੇ ਅੱਗ 'ਚ ਬਿਠਾ ਦਿੱਤਾ। ਹਰਨਾਕਸ਼ ਨੂੰ ਮੌਤ ਦਾ ਡਰ ਖਤਮ ਹੋ ਗਿਆ ਸੀ। ਤੇ ਇਸ ਪਰਮੇਸ਼ਰ ਦੀ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਸਾਰਿਆਂ ਮਨੁੱਖਾਂ ਨੂੰ ਇੱਕ ਰੋਗ ਲਾਇਆ। ਉਹ ਕਿਹੜਾ ਰੋਗ ਲਾਇਆ? ਮੌਤ ਦਾ। ਕਿ ਮਨੁੱਖ ਨੂੰ ਇਹ ਯਾਦ ਰਵੇ ਕਿ ਮੈਂ ਇੱਕ ਨਾ ਇੱਕ ਦਿਨ ਮਰਨਾ ਹੀ ਮਰਨਾ ਹੈ। ਪਰਮੇਸ਼ਵਰ ਜੀ ਤੁਸੀਂ ਸਾਰਿਆਂ ਨੂੰ ਇਹ ਰੋਗ ਲਾਇਆ ਆ। ਨਮੋ ਸਰਬ ਰੋਗੇ, ਸਾਰਿਆਂ ਨੂੰ ਇੱਕ ਰੋਗ ਲੱਗਾ ਹੈ, ਮੌਤ ਦਾ ਰੋਗ, ਸਭ ਤੋਂ ਵੱਡਾ ਰੋਗ ਲੱਗਾ ਹੈ, ਜਿਹੜਾ ਰੋਗਾਂ ਦਾ ਵੀ ਰੋਗ ਹੈ। ਨਮੋ ਸਰਬ ਭੋਗੇ, ਤੇ ਫਿਰ ਆਪ ਜੀ ਸਾਰਿਆਂ ਦੇ ਵਿੱਚ ਰਹਿ ਕੇ ਭੋਗ ਵੀ ਰਹੇ ਹੋ। ਸਾਰਿਆਂ ਦੇ ਵਿੱਚ ਰਹਿ ਕੇ ਆਪ, ਸਾਰਿਆਂ ਦੇ ਵਿੱਚ ਰਹਿ ਕੇ ਪਰਮੇਸ਼ਵਰ ਜੀ ਤੁਸੀਂ ਭੋਗ ਵੀ ਰਹੇ ਹੋ। ਆਪ ਜੀ ਦੁੱਖ ਵੀ ਭੋਗ ਰਹੇ ਹੋ ਤੇ ਸੁੱਖ ਵੀ ਭੋਗ ਰਹੇ ਹੋ, ਕਿਉਂਕਿ ਸਾਰਿਆਂ ਦੇ ਵਿੱਚ ਬਿਰਾਜਮਾਨ ਤੁਸੀਂ ਹੋ। ਦੁੱਖ ਸੁੱਖ ਵੀ ਭੋਗ ਰਹੇ ਹੋ, ਵਿਸ਼ੇ ਵਿਕਾਰ ਵੀ ਭੋਗ ਰਹੇ ਹੋ, ਤੇ ਇਹ ਸਾਰਾ ਕਾਰਜ ਤੁਸੀਂ ਹੀ ਕਰ ਰਹੇ ਹੋ। ਜਵਾਨੀ ਵੀ ਭੋਗਦੇ ਹੋ, ਬੁਢੇਪਾ ਵੀ ਭੋਗਦੇ ਹੋ, ਤੇ ਫਿਰ ਬਚਪਨ ਵੀ ਭੋਗਦੇ ਹੋ। ਕਿਉਂ? ਕਿਉਂਕਿ ਸਾਰਿਆਂ 'ਚ ਤੁਸੀਂ ਹੀ ਵਿਦਮਾਨ ਹੋ। ਨਮੋ ਸਰਬ ਭੋਗੇ, ਸਾਰਾ ਕੁਝ ਤੁਸੀਂ ਭੋਗ ਰਹੇ ਹੋ। ਨਮੋ ਸਰਬ ਜੀਤੰ, ਕਿਉਂ ਭੋਗ ਰਹੇ ਹੋ? ਕਿਉਂਕਿ ਤੁਸੀਂ ਸਾਰਿਆਂ ਨੂੰ ਜਿੱਤਿਆ ਹੋਇਆ ਹੈ। ਨਮੋ ਸਰਬ ਜੀਤੰ, ਸਾਰਿਆਂ ਨੂੰ ਜਿੱਤਿਆ ਹੋਇਆ ਹੈ, ਕੋਈ ਵੀ ਤੁਹਾਡੇ ਤੋਂ ਬਾਹਰ ਨਹੀਂ, ਕਿਉਂਕਿ ਤੁਸੀਂ ਜਿੱਤ ਪ੍ਰਾਪਤ ਕੀਤੀ ਹੋਈ ਸਾਰਿਆਂ ਮਨੁੱਖਾਂ ਤੇ, ਸਾਰਿਆਂ ਜੀਵਾਂ ਤੇ। ਕੋਈ ਨਹੀਂ ਕਹਿ ਸਕਦਾ ਕਿ ਮੈਂ ਪਰਮੇਸ਼ਰ ਤੋਂ ਵੱਡਾ ਹਾਂ। ਜਿੰਨੇ ਵੀ ਆਏ, ਜਿੰਨੇ ਕਿਹਾ ਮੈਂ ਪਰਮੇਸ਼ਰ ਤੋਂ ਵੱਡਾ ਹੈ, ਇੱਕ ਛਿਣ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਤੈਸ਼ ਨੈਸ਼ ਕਰਤਾ, ਖਤਮ ਕਰ ਦਿੱਤਾ। ਬੜੀਆਂ ਆਪਣੀਆਂ ਚਲਾਈਆਂ ਐਸੇ ਆਏ ਜਿਨ੍ਹਾਂ ਨੇ ਕਿਹਾ ਅਸੀਂ ਹੀ ਸਾਰਾ ਕੁਝ ਹਾਂ, ਅਸੀਂ ਹੀ ਪਰਮੇਸ਼ਵਰ ਹਾਂ। ਪਰ ਪਰਮੇਸ਼ਵਰ ਦੀ ਗੱਤ ਨਹੀਂ ਕੋਈ ਲੱਗ ਸਕਦਾ, ਉਹ ਤੇ ਸਾਰਿਆਂ ਨੂੰ ਜਿੱਤਣਹਾਰ ਹੈ। ਕੋਈ ਮਨੁੱਖ ਕਹਿ ਸਕਦਾ ਕਿ ਮੈਂ ਆਪਣੇ ਬਚਪਨ ਨੂੰ ਜਿਹੜਾ ਰੋਕ ਲਵਾਂ, ਜਾਂ ਮੈਂ ਆਪਣੀ ਜਵਾਨੀ ਨੂੰ ਰੋਕ ਲਵਾਂ, ਤੇ ਜਵਾਨ ਕਵੇ ਕਿ ਮੈਂ ਬੁਢੇਪੇ ਨੂੰ ਰੋਕ ਲਵਾਂ, ਤੇ ਬੁਢੇਪੇ ਵਾਲਾ ਕਵੇ ਮੈਨੂੰ ਮੌਤ ਨਾ ਆਵੇ? ਹੋ ਨਹੀਂ ਨਾ ਸਕਦਾ, ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਨੇ ਸਾਰਿਆਂ ਨੂੰ ਜਿੱਤਿਆ ਹੋਇਆ ਹੈ। ਉਸ ਪਰਮੇਸ਼ਵਰ ਨੇ ਸਾਰਿਆਂ ਨੂੰ ਜਿੱਤ ਕੇ ਬੈਠਾ ਹੈ, ਜਦੋਂ ਚਾਹੇ ਉਹ ਨਾਸ਼ ਕਰ ਸਕਦਾ।
ਜਿਵੇਂ ਕੋਈ ਬੰਦੀ ਹੋਵੇ ਕਿਸੇ ਦਾ, ਕਿਸੇ ਰਾਜੇ ਨੇ ਕਿਸੇ ਦੂਸਰੇ ਰਾਜੇ ਨੂੰ ਜਿੱਤ ਲਿਆ, ਜਿੱਤ ਕੇ ਤੇ ਉਹਨੂੰ ਬੰਦੀ ਬਣਾ ਕੇ ਰੱਖ ਲਿਆ ਆਪਣੀ ਜੇਲ੍ਹ ਦੇ ਵਿੱਚ, ਤੇ ਉਹ ਜਦੋਂ ਚਾਹੇ ਉਹਨੂੰ ਮਾਰ ਸਕਦਾ ਤੇ ਜਦੋਂ ਚਾਹੇ ਉਹਨੂੰ ਛੱਡ ਸਕਦਾ। ਇਹ हे ਵਾਹਿਗੁਰੂ ਜੀ, हे ਅਕਾਲ ਪੁਰਖ ਜੀ, ਆਪ ਜੀ ਨੇ ਸਭ ਨੂੰ ਜਿੱਤਿਆ ਹੋਇਆ ਹੈ। ਨਮੋ ਸਰਬ ਜੀਤੰ, ਨਮੋ ਸਰਬ ਭੀਤੰ। ਇਹ ਅਕਾਲ ਪੁਰਖ ਜੀ, ਆਪ ਸਾਰਿਆਂ ਦੇ ਵਿੱਚ ਹੋ। ਨਮੋ ਸਰਬ ਭੀਤੰ, ਭੀਤ ਦੇ ਵਿੱਚ ਭਾਵ ਅੰਦਰ ਹੋ, ਸਾਰਿਆਂ ਨੂੰ ਜਿੱਤਣ ਵਾਲੇ ਹੋ, ਸਾਰਿਆਂ ਨੂੰ ਡਰ ਦੇ ਵਿੱਚ ਰੱਖਿਆ ਹੋਇਆ ਹੈ। ਭੀਤ, ਵਾਹਿਗੁਰੂ, ਭੀਤ ਦਾ ਅਰਥ ਹੈ ਡਰ। ਸਾਰੇ ਤੇਥੋਂ ਡਰਦੇ ਹਨ, ਸਾਰਿਆਂ ਦੇ ਵਿੱਚ ਤੂੰ ਡਰ ਰੱਖਿਆ ਹੋਇਆ ਹੈ, ਕੋਈ ਵੀ ਤੇਰੇ ਡਰ ਤੋਂ ਜਿਹੜਾ ਹੈ ਉਹ ਬਾਹਰ ਨਹੀਂ। ਨਮੋ ਸਰਬ ਗਿਆਨੰ, ਨਮੋ ਪਰਮਤਾਨੰ, ਨਮੋ ਸਰਬ ਗਿਆਨੰ। ਇਹ ਪਰਮੇਸ਼ਵਰ ਜੀ, ਤੁਸੀਂ ਸਾਰਾ ਕੁਝ ਜਾਣਨ ਵਾਲੇ ਹੋ, ਸਾਰਿਆਂ ਗਿਆਨਾਂ ਦਾ ਗਿਆਨ ਤੁਹਾਨੂੰ ਹੈ, ਕਿਉਂਕਿ ਜਿੰਨੇ ਵੀ ਸੰਸਾਰ ਤੇ ਗ੍ਰੰਥ ਰਚੇ ਗਏ, ਜਿੰਨੇ ਵੀ ਗਿਆਨੀ ਪੁਰਸ਼ ਹੋਏ ਆ, ਉਹਨਾਂ ਨੇ ਗਿਆਨ ਤੁਹਾਡੇ ਤੋਂ ਹੀ ਪ੍ਰਾਪਤ ਕੀਤਾ ਹੈ, ਕਿਉਂਕਿ ਗਿਆਨ ਦਾ ਸੋਮਾ ਹੋ ਤੁਸੀਂ, ਤੁਹਾਡੇ ਤੋਂ ਹੀ ਸਾਰੇ ਗਿਆਨ ਨਿਕਲੇ ਹਨ। ਕਿੰਨੇ ਤਰ੍ਹਾਂ ਦੇ ਗਿਆਨ ਹਨ, ਕੋਈ ਕਿਸੇ ਕੰਮ 'ਚ ਮਾਹਰ ਹੁੰਦਾ, ਕੋਈ ਕਿਸੇ ਕੰਮ 'ਚ ਮਾਹਰ ਹੁੰਦਾ, ਕੋਈ ਕਿਸੇ ਪੜ੍ਹਾਈ ਦੇ ਵਿੱਚ ਮਾਹਰ ਹੁੰਦਾ, ਕੋਈ ਕਿਸੇ ਪੜ੍ਹਾਈ ਦੇ ਵਿੱਚ ਮਾਹਰ ਹੁੰਦਾ, ਕਿਸੇ ਨੇ ਕਿਸੇ ਤਰ੍ਹਾਂ ਦੀ PhD ਕੀਤੀ ਹੁੰਦੀ ਆ, ਕਿਸੇ ਨੇ ਵਕਾਲਤ ਕੀਤੀ ਹੁੰਦੀ ਆ, ਕਿਸੇ ਨੇ ਡਾਕਟਰੀ ਕੀਤੀ ਹੁੰਦੀ। ਸਾਰੇ ਲੋਕ ਆਪਣੇ ਆਪਣੇ ਗਿਆਨ ਦੇ ਵਿੱਚ ਮਾਹਰ ਹੁੰਦੇ ਆ, ਪਰ ਪਰਮੇਸ਼ਵਰ ਜੀ ਇਹਨਾਂ ਗਿਆਨਾਂ ਦੇ ਦਾਤਾ ਕੌਣ ਹੋ? ਤੁਸੀਂ। ਨਮੋ ਸਰਬ ਗਿਆਨੰ, ਆਪ ਜੀ ਨੇ ਸਾਰਿਆਂ ਨੂੰ ਗਿਆਨ ਬਖਸ਼ਿਆ ਹੈ, ਆਪ ਜੀ ਤੋਂ ਸਾਰਾ ਗਿਆਨ ਆਉਂਦਾ ਹੈ। ਨਮੋ ਸਰਬ ਗਿਆਨੰ, ਨਮੋ ਪਰਮਤਾਨੰ। ਪਰਮੇਸ਼ਵਰ ਜੀ ਤਾਨ, ਆਪ ਜੀ ਦਾ ਜਿੰਨਾ ਵੀ ਖਿਲਾਰਾ ਹੈ ਨਾ, ਖਿਲਰਿਆ ਆ, ਤਾਨ ਦਾ ਅਰਥ ਹੈ ਖਿਲਾਰਾ, ਜਿੰਨਾ ਵੀ ਖਿਲਾਰਾ ਹੈ ਤੁਹਾਡਾ ਹੀ ਖਿਲਾਰਿਆ ਹੋਇਆ। ਪਰਮਤਾਨਗੇ, ਪਰਮ ਪਸਾਰਾ ਤੁਹਾਡਾ ਹੈ ਸਾਰਾ ਹੀ। ਇਹ ਨਹੀਂ ਸਿਰਫ ਇਹੋ ਸੰਸਾਰ, ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਹਨ, ਕਿੰਨੀਆਂ ਕੁ ਗਲੈਕਸੀਆਂ ਹਨ, ਇਹ ਸਾਰਾ ਵਿਛਾਇਆ ਹੋਇਆ, ਇਹ ਸਾਰਾ ਕੁਝ ਤੁਹਾਡਾ ਹੈ। ਪਰਮਤਾਨ, ਇਹ ਸਾਰਾ ਖਿਲਾਰਾ ਤੁਸੀਂ ਖਿਲਾਰਿਆ ਹੋਇਆ। ਕੋਈ ਮਨੁੱਖ ਖਿਲਾਰਾ ਖਿਲਾਰ ਲਵੇ ਨਾ ਛੋਟਾ ਜਿਹਾ, ਤੇ ਉਹਨੂੰ ਸਮੇਟਣ ਲੱਗਿਆ ਬੜਾ ਟਾਈਮ ਲਾਉਂਦਾ, ਪਰ ਪਰਮੇਸ਼ਵਰ ਜੀ ਤੁਸੀਂ ਇੰਨਾ ਖਿਲਾਰਾ ਖਿਲਾਰਿਆ, ਪਰ ਜਦੋਂ ਤੁਸੀਂ ਸਮੇਟਣ ਤੇ ਆ ਗਏ, ਇੱਕ ਛਿਣ ਦੇ ਵਿੱਚ ਸਾਰਾ ਕੁਝ ਇਕੱਠਾ ਕਰ ਲੈਣਾ। ਨਮੋ ਸਰਬ ਮੰਤਰੰ, ਨਮੋ ਸਰਬ ਯੰਤਰੰ, ਨਮੋ ਸਰਬ ਮੰਤਰੰ। ਤੁਸੀਂ ਮੰਤਰਾਂ ਦੇ ਮੰਤਰ ਹੋ, ਮਹਾ ਮੰਤਰ ਤੁਸੀਂ ਹੋ। ਸਰਬ ਮੰਤਰੰ, ਸਾਰੇ ਜੀਵ ਜਿਹੜੇ ਹਨ ਉਹਨਾਂ ਦੇ ਅੰਦਰ ਦਾ ਜਿਹੜਾ ਮੰਤਰ ਹੈ ਉਹ ਤੁਸੀਂ ਹੋ। ਭਾਵ ਜੀਵਾਂ ਦੇ ਅੰਦਰ ਜਿਹੜਾ ਮੰਤਰ ਚੱਲ ਰਿਹਾ ਨਾ, ਜੋ ਵੀ ਚੱਲ ਰਿਹਾ ਸਾਡੇ ਅੰਦਰ, ਉਸ ਪਰਮੇਸ਼ਰ ਦਾ ਦਿੱਤਾ ਹੋਇਆ ਚੱਲ ਰਿਹਾ। ਕਿਉਂਕਿ ਕਦੀ ਮੁਰਦੇ ਦੇ ਅੰਦਰੋਂ ਜਿਹੜਾ ਉਹ ਗੱਲ ਨਹੀਂ ਆਉਂਦੀ, ਜਿਹੜਾ ਮਰ ਜਾਂਦਾ ਉਹਦੇ ਅੰਦਰੋਂ ਥੋੜੀ ਕੋਈ ਗੱਲ ਆਉਂਦੀ ਹੈ, ਪਰ ਪਰਮੇਸ਼ਵਰ ਜਿਹੜਾ ਹੈ ਨਾ, ਅਕਾਲ ਪੁਰਖ ਜਿਹੜਾ ਹੈ, ਉਹ ਸਰਬ ਮੰਤਰੰ, ਸਾਰਿਆਂ ਦੇ ਵਿੱਚ ਮੰਤਰ ਰੂਪ ਹੋ ਕੇ ਚੱਲ ਰਿਹਾ। ਜੋ ਵੀ ਅਸੀਂ ਬੋਲਦੇ ਹਾਂ ਪਹਿਲੋਂ ਉਹਨੂੰ ਅੰਦਰ ਬਣਾਉਨੇ ਆ, ਤੇ ਉਹ ਕੀ ਹੈ? ਉਸ ਪਰਮੇਸ਼ਵਰ ਦਾ ਮੰਤਰ ਹੀ ਹੈ। ਨਮੋ ਸਰਬ ਜੰਤਰੰ, ਤੇ ਜਿੰਨੇ ਵੀ ਯੰਤਰ ਹਨ ਉਹਨਾਂ ਦਾ ਵੀ ਕਰਤਾ ਤੂੰ ਹੀ ਹੈ। ਜਿੰਨੇ ਵੀ ਸਾਧਨ ਹਨ ਵਸ ਕਰਨ ਵਾਲੇ, ਤੂੰ ਹੀ ਤੇ ਸਾਰਿਆਂ ਨੂੰ ਵਸ ਕੀਤਾ ਹੈ, ਜੰਤਰਾਂ ਦੇ ਨਾਲ, ਮੰਤਰਾਂ ਦੇ ਨਾਲ ਤੇ ਜੰਤਰਾਂ ਦੇ ਨਾਲ। ਨਮੋ ਸਰਬ ਦ੍ਰਿਸ਼ੰ, ਇਹ ਪਰਮੇਸ਼ਵਰ ਜੀ ਤੁਸੀਂ ਸਾਰਿਆਂ ਨੂੰ ਵੇਖਣ ਵਾਲੇ ਹੋ। ਦ੍ਰਿਸ਼ ਕਾ ਵੇਖਣਾ। ਨਮੋ ਸਰਬ ਦ੍ਰਿਸ਼ੰ, ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ। ਇਹ ਨਹੀਂ ਕਿ ਕੋਈ ਮਨੁੱਖ ਪਰਮੇਸ਼ਰ ਤੋਂ ਲੁਕ ਜਾਵੇਗਾ, ਨਹੀਂ, ਉਹ ਸਾਰਿਆਂ ਨੂੰ ਵੇਖ ਰਿਹਾ ਹੈ, ਸਾਰਿਆਂ ਦੇ ਉੱਤੇ ਉਹਦਾ ਧਿਆਨ ਹੈ। ਕਿਉਂ? ਕਿਉਂਕਿ ਉਹ ਸਾਰਿਆਂ ਦੇ ਅੰਦਰ ਹੈ। ਨਮੋ ਸਰਬ ਦ੍ਰਿਸ਼ੰ, ਨਮੋ ਸਰਬ ਕ੍ਰਿਸ਼ਨ। ਪਰਮੇਸ਼ਵਰ ਜੀ ਤੁਸੀਂ ਸਾਰਿਆਂ ਨੂੰ ਵੇਖਣ ਵਾਲੇ ਹੋ, ਭਾਵ ਸਾਰਿਆਂ ਦਾ ਧਿਆਨ ਕਰਨ ਵਾਲੇ ਹੋ, ਸਾਰਿਆਂ ਨੂੰ ਆਪਣੇ ਧਿਆਨ 'ਚ ਰੱਖਣ ਵਾਲੇ ਹੋ। ਇਹ ਨਹੀਂ ਕਿ ਕੋਈ ਕਹਿ ਦੇਵੇ ਕਿ ਪਰਮੇਸ਼ਰ ਦਾ ਤੇ ਮੇਰੇ ਵੱਲ ਧਿਆਨ ਹੀ ਨਹੀਂ ਹੈਗਾ। ਨਹੀਂ, ਪਰਮੇਸ਼ਰ ਸਾਰਿਆਂ ਦਾ ਧਿਆਨ ਰੱਖਦਾ ਹੈ, ਸਾਰਿਆਂ ਵੱਲ ਉਹਦਾ ਧਿਆਨ ਹੈ। ਕੌਣ ਚੰਗਾ ਹੈ, ਕੌਣ ਮਾੜਾ ਹੈ, ਕੌਣ ਕਿਵੇਂ ਦਾ ਹੈ, ਉਹ ਸਾਰਾ ਧਿਆਨ 'ਚ ਰੱਖਦਾ ਹੈ। ਨਮੋ ਸਰਬ ਕ੍ਰਿਸ਼ਨ, ਕ੍ਰਿਸ਼ਨ ਦਾ ਅਰਥ ਹੁੰਦਾ ਸਾਧ ਸੰਗਤ ਖਿੱਚਣਾ। ਇਹ ਪਰਮੇਸ਼ਵਰ ਜੀ ਤੁਸੀਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਕੇ ਰੱਖਦੇ ਹੋ, ਭਾਵ ਕੋਈ ਇਹ ਨਹੀਂ ਕਿ ਤੁਹਾਡੇ ਤੋਂ ਦੂਰ ਹੋ ਜਾਵੇ, ਆਪਣੀ ਮਨਮਰਜ਼ੀ ਕਰਨ ਲੱਗ ਜਾਵੇ, ਨਹੀਂ, ਸਾਰੇ ਤੁਹਾਡੇ ਡਰ ਦੇ ਵਿੱਚ ਹਨ, ਸਾਰੇ ਤੁਹਾਡੇ ਵੱਲੋਂ ਖਿੱਚੇ ਰਹਿੰਦੇ ਹਨ,
ਤੁਹਾਡੇ ਨਾਲ ਜੁੜੇ ਰਹਿੰਦੇ ਹਨ। ਕਿਉਂ? ਕਿਉਂਕਿ ਜੀਵ ਸਤਾ ਜਦੋਂ ਪਰਮੇਸ਼ਵਰ ਦੀ ਹੈ ਸਾਡੇ ਅੰਦਰ, ਤੇ ਅਸੀਂ ਫਿਰ ਉਸ ਪਰਮੇਸ਼ਵਰ ਦੇ ਨਾਲ ਖਿੱਚੇ ਰਹਿਣਾ। ਇਸ ਕਰਕੇ ਇਹ ਅਕਾਲ ਪੁਰਖ ਜੀ, ਆਪ ਜੀ ਖਿੱਚੇ ਰਹਿੰਦੇ ਹੋ। ਪਰਮੇਸ਼ਵਰ ਜੀ ਤੁਹਾਡੇ ਨਾਲ ਸਾਰੇ ਜੀਵ ਖਿੱਚੇ ਰਹਿੰਦੇ ਹਨ, ਤੁਹਾਡੇ ਵੱਲ ਨੂੰ ਝੁਕੇ ਰਹਿੰਦੇ ਹਨ। ਨਮੋ ਸਰਬ ਰੰਗੇ, ਤੇ ਸੰਸਾਰ ਦੇ ਜਿੰਨੇ ਵੀ ਰੰਗ ਹਨ ਉਹਨਾਂ ਦੇ ਵਿੱਚ ਆਪ ਜੀ ਵਿਦਮਾਨ ਹੋ। ਜਿੰਨੇ ਵੀ ਰੰਗ ਹਨ ਸਾਰਿਆਂ ਰੰਗਾਂ ਦੇ ਵਿੱਚ ਤੁਸੀਂ ਹੋ। ਸਾਰੇ ਮਨੁੱਖ ਭਾਵੇਂ ਗੋਰੇ ਆ, ਭਾਵੇਂ ਕਾਲੇ ਆ, ਭਾਵੇਂ ਸਾਵਲੇ ਆ, ਜਿਵੇਂ ਦੇ ਰੰਗਾਂ ਦੇ ਹਨ ਉਹਨਾਂ ਸਾਰਿਆਂ ਜੀਵਾਂ 'ਚ ਤੁਸੀਂ ਹੋ। ਜਿੰਨੇ ਵੀ ਰੰਗਾਂ ਦੇ ਪਸ਼ੂ ਪੰਛੀ ਹਨ ਉਹਨਾਂ ਸਾਰਿਆਂ ਦੇ ਰੰਗਾਂ ਦੇ ਵਿੱਚ ਤੁਸੀਂ ਹੋ। ਕਾਂ ਕਾਲਾ ਹੈ, ਮੋਰ ਜਿਹੜਾ ਹੈ ਉਹ ਹੋਰ ਰੰਗ ਦਾ ਹੈ। ਸਾਰੇ ਜੀਵ ਵੱਖ-ਵੱਖ ਰੰਗਾਂ ਦੇ ਹਨ, ਉਹਨਾਂ ਦੇ ਵਿੱਚ ਵੀ ਤੁਸੀਂ ਹੋ। ਉਹਨਾਂ ਦੇ ਵਿੱਚ ਵੀ ਤੁਸੀਂ ਵਿਦਮਾਨ ਹੋ। ਨਮੋ ਸਰਬ ਰੰਗੇ, ਜਿੰਨੇ ਵੀ ਰੰਗ ਹਨ ਉਹਨਾਂ ਦੇ ਵਿੱਚ ਤੁਸੀਂ ਹੋ। ਤ੍ਰਿਭੰਗੀ ਅਨੰਗੇ, ਹੇ ਪਰਮੇਸ਼ਵਰ ਜੀ ਤ੍ਰਿਭੰਗੀ, ਤਿੰਨ ਭਵਨ ਜਿਹੜੇ ਹਨ ਉਹਨਾਂ ਨੂੰ ਨਾਸ਼ ਕਰਨ ਵਾਲੇ ਵੀ ਤੁਸੀਂ ਹੋ। ਤ੍ਰਿਭੰਗੀ, ਤ੍ਰੇ ਦਾ ਅਰਥ ਤਿੰਨ, ਭੰਗੀ ਖਤਮ ਕਰਨਾ। ਤਿੰਨ ਜਿਹੜੇ ਹਨ, ਧਰਤੀ, ਆਕਾਸ਼ ਤੇ ਪਤਾਲ, ਇਹਨਾਂ ਨੂੰ ਨਾਸ਼ ਕਰਨ ਵਾਲੇ ਵੀ ਤੁਸੀਂ ਹੋ। ਅਨੰਗੇ ਦਾ ਅਰਥ ਸਾਧ ਸੰਗਤ ਆਪ ਜੀ ਦਾ ਕੋਈ ਅੰਗ ਵੀ ਨਹੀਂ ਹੈ। ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਆਪ ਜੀ ਦਾ ਕੋਈ ਅੰਗ ਵੀ ਨਹੀਂ ਹੈ ਤੇ ਆਪ ਜੀ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ, ਬਿਨਾਂ ਅੰਗ ਤੋਂ ਹੋ। ਨਮੋ ਜੀਵ ਜੀਵਨ, ਨਮੋ ਬੀਜ ਬੀਜੇ। ਜੀਵ ਜੀਵਨ, ਸੰਸਾਰ ਦੇ ਜਿੰਨੇ ਵੀ ਜੀਵ ਹਨ ਉਹਨਾਂ ਦੇ ਵਿੱਚ ਆਪ ਜੀ ਦੀ ਜੋਤ ਵਿਦਮਾਨ ਹੈ। ਕਿਉਂਕਿ ਜੀਵ ਜਿਹੜੇ ਹਨ ਉਹਨਾਂ ਦੇ ਵਿੱਚ ਜੀਵ ਸਤਾ, ਜਿਹੜੀ ਆਤਮਾ ਹੈ, ਜਿਹੜੀ ਜਿੰਦ ਹੈ, ਉਹ ਤੁਸੀਂ ਰੱਖੀ ਹੋਈ ਹੈ। ਉਹ ਜਿੰਦ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਤੁਸੀਂ ਹੈ। ਨਮਸਕਾਰ ਹੈ ਆਪ ਜੀ ਨੂੰ ਕਿ ਆਪ ਜੀ ਸਾਰਿਆਂ ਜੀਵਾਂ ਦੀ ਜਿੰਦ ਹੋ। ਨਮੋ ਬੀਜ ਬੀਜੇ, ਬੀਜ ਦਾ ਅਰਥ ਹੁੰਦਾ ਹੈ ਮੁੱਢ। ਕਿਉਂਕਿ ਕੋਈ ਬੋਹੜ ਦਾ ਰੁੱਖ ਹੋਵੇ, ਪੈਦਾ ਤੇ ਉਹ ਬੀਜ ਤੋਂ ਹੀ ਹੋਇਆ ਹੁੰਦਾ ਨਾ, ਭਾਵੇਂ ਕਿ ਕਿੰਨਾ ਵਿਸ਼ਾਲ ਹੁੰਦਾ ਬੋਹੜ ਦਾ ਰੁੱਖ ਹੋਵੇ, ਕੋਈ ਵੀ ਰੁੱਖ ਲਾ ਲਓ, ਪਰ ਉਹ ਪੈਦਾ ਕਿੱਥੋਂ ਹੋਇਆ? ਇੱਕ ਬੀਜ ਤੋਂ, ਨਿੱਕੇ ਜਿਹੇ ਬੀਜ ਤੋਂ। ਇਸ ਕਰਕੇ ਪਰਮੇਸ਼ਵਰ ਜੀ ਸੰਸਾਰ ਤੇ ਜਿੰਨਾ ਵੀ ਕੁਝ ਹੈ ਨਾ ਉਹਨਾਂ ਸਾਰਿਆਂ ਦਾ ਮੁੱਢ ਤੁਸੀਂ ਹੋ, ਕਿਉਂਕਿ ਪੈਦਾ ਸਾਰਾ ਕੁਝ ਤੁਹਾਡੇ ਤੋਂ ਹੋਇਆ ਹੈ। ਨਮੋ ਬੀਜ ਬੀਜੇ, ਇੱਕ ਛੋਟਾ ਜਿਹਾ ਬੀਜ ਜਿਹੜਾ ਹੈ ਉਸ ਬੀਜ ਦੇ ਵੀ ਬਣਾਉਣ ਵਾਲੇ ਤੁਸੀਂ ਹੋ। ਨਮੋ ਬੀਜ ਬੀਜੇ, ਸਾਰਿਆਂ ਦਾ ਮੁੱਢ ਤੁਸੀਂ ਹੋ। ਅਖਿਜੇ ਅਭਿਜੇ ਸਮਸਤੰ ਪ੍ਰਸਿਜੇ। ਅਖਿਜ, ਅਖਿਜ ਦਾ ਅਰਥ ਹੁੰਦਾ ਹੈ ਦਬਾਅ ਪਾਉਣਾ ਕਿਸੇ ਉੱਤੇ, ਦੁੱਖ ਦੇਣਾ ਕਿਸੇ ਨੂੰ। ਪਰਮੇਸ਼ਵਰ ਜੀ ਅਖਿਜ ਹੋ ਤੁਸੀਂ, ਤੁਹਾਡੇ ਉੱਤੇ ਕੋਈ ਦਬਾਅ ਨਹੀਂ ਪਾ ਸਕਦਾ। ਅਖਿਜੇ ਅਭਿਜੇ, ਇਹ ਪਰਮੇਸ਼ਵਰ ਜੀ, ਅਭਿੱਦ ਦਾ ਅਰਥ ਹੁੰਦਾ ਹੈ ਟੋਟੇ ਟੋਟੇ ਕਰ ਦੇਣਾ, ਤੋੜ ਦੇਣਾ। ਪਰਮੇਸ਼ਵਰ ਜੀ ਤੁਸੀਂ ਅਖਿਜ ਹੋ, ਤੁਹਾਡੇ ਉੱਤੇ ਕੋਈ ਦਬਾਅ ਨਹੀਂ ਪਾ ਸਕਦਾ। ਅਭਿਜੇ, ਤੁਹਾਨੂੰ ਕੋਈ ਤੋੜ ਨਹੀਂ ਸਕਦਾ, ਤੁਹਾਨੂੰ ਕੋਈ ਵੱਖ-ਵੱਖ ਨਹੀਂ ਕਰ ਸਕਦਾ, ਤੁਹਾਡੀਆਂ ਵੰਡੀਆਂ ਨਹੀਂ ਕਰ ਸਕਦਾ। ਸਮਸਤੰ ਪ੍ਰਸਿਜੇ, ਸਮਸਤੰ ਪਰਮੇਸ਼ਵਰ ਜੀ ਸਾਰਿਆਂ ਦੇ ਵਿੱਚ, ਸਮਸਤੰ ਪ੍ਰਸਿਜੇ ਸਾਰਿਆਂ ਜੀਵਾਂ ਦੇ ਉੱਤੇ ਤੁਸੀਂ ਪ੍ਰਸਿਜੇ ਭਾਵ ਬਖਸ਼ਿਸ਼ਾਂ ਕਰਨ ਵਾਲੇ ਹੋ। ਸਾਰਿਆਂ ਦੇ ਉੱਤੇ ਤੁਸੀਂ ਪ੍ਰਸੰਨ ਰਹਿੰਦੇ ਹੋ, ਸਾਰਿਆਂ ਦੇ ਉੱਤੇ ਤੁਸੀਂ ਬਖਸ਼ਿਸ਼ਾਂ ਕਰਦੇ ਹੋ। ਕਿਰਪਾਲੰ ਸਰੂਪੇ, ਤੂੰ ਕਿਰਪਾ ਦਾ ਘਰ ਹੈ। ਕਿਰਪਾ ਆਲੈ ਭਾਵ ਕਿਰਪਾ ਦਾ ਘਰ ਪਰਮੇਸ਼ਵਰ ਤੂੰ ਹੈ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, हे ਪਰਮੇਸ਼ਵਰ ਜੀ ਕੁਕਰਮੰ ਪ੍ਰਣਾਸੀ ਭਾਵ ਤੇਰੇ ਮੰਦੇ ਕਰਮ ਨਹੀਂ ਹਨ, ਤੂੰ ਮੰਦਿਆਂ ਕਰਮਾਂ ਵਾਲਾ ਨਹੀਂ, ਬਦੀਆਂ ਕਮਾਉਣ ਵਾਲਾ ਨਹੀਂ ਹੈ। ਪ੍ਰਣਾਸੀ ਦਾ ਭਾਵ ਆਪ ਜੀ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ, ਆਪ ਜੀ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਪ੍ਰਣਾਸੀ ਦਾ ਭਾਵ ਕਿਰਪਾ ਦੇ ਘਰ ਹੋ, ਕਿਰਪਾ ਸਰੂਪ ਹੈ ਤੁਹਾਡਾ। ਫਿਰ ਆਪ ਜੀ ਦੀ ਹਸਤੀ ਜਿਹੜੀ ਹੈ ਉਹ ਕੁਕਰਮੀ ਰਹਿਤ ਹੈ, ਕੁਕਰਮੀ ਨਹੀਂ ਹੈ, ਤੁਸੀਂ ਪਵਿੱਤਰ ਹੋ। ਪ੍ਰਣਾਸੀ, ਆਪ ਜੀ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਸਦਾ ਸਰਬਦਾ ਰਿੱਧ ਸਿਦੰ ਨਿਵਾਸੀ, ਇਹ ਪਰਮੇਸ਼ਵਰ ਜੀ ਤੁਸੀਂ ਸਦਾ ਹੀ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਦੇਣ ਵਾਲੇ, ਤੇ ਸਾਰੇ ਤੇਰੇ ਵਿੱਚ ਹੀ ਨਿਵਾਸ ਕਰਦੀਆਂ ਹਨ, ਸਾਰੀਆਂ ਰਿੱਧੀਆਂ ਸਿੱਧੀਆਂ। ਸਦਾ ਸਰਬਦਾ ਰਿੱਧ ਸਿਦੰ ਨਿਵਾਸੀ, ਸਾਰਿਆਂ ਦੇ ਅੰਦਰ ਤੇਰੀਆਂ ਦਿੱਤੀਆਂ ਹੋਈਆਂ ਹੀ ਰਿੱਧੀਆਂ ਸਿੱਧੀਆਂ ਨਿਵਾਸ ਕਰਦੀਆਂ ਹਨ। हे ਪਰਮੇਸ਼ਵਰ ਜੀ ਤੁਸੀਂ ਐਸੇ ਮਹਾਨ, ਐਸੇ ਅਕਾਲ ਪੁਰਖ ਹੋ ਕਿ ਆਪ ਜੀ
ਕਿਰਪਾ ਦੇ ਘਰ ਹੋ। ਸਰੂਪ ਆਪ ਜੀ ਦਾ ਕਿਰਪਾ ਵਾਲਾ ਹੈ। ਕੁਕਰਮਾਂ ਤੋਂ ਰਹਿਤ ਹੋ। ਪਰਨਾਸੀ ਆਪ ਜੀ ਨਾਸ਼ ਕਰਨ ਵਾਲੇ ਹੋ। ਸਦਾ ਸਰਬਦਾ ਸਦਾ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਬਖਸ਼ਣ ਵਾਲੇ ਹੋ। ਆਪ ਜੀ ਦੇ ਨਿਵਾਸੀ ਭਾਵ ਰਿੱਧੀਆਂ ਸਿੱਧੀਆਂ ਆਪ ਜੀ ਦੇ ਵਿੱਚ ਹੀ ਨਿਵਾਸ ਕਰਦੀਆਂ ਹਨ। ਆਪ ਜੀ ਦੇ ਨਾਲ ਹੀ ਰਿੱਧੀਆਂ ਸਿੱਧੀਆਂ ਜਿਹੜੀਆਂ ਉਹ ਚੱਲ ਰਹੀਆਂ ਹਨ। ਸੋ ਸਾਧ ਸੰਗਤ ਸਮਾਂ ਹੈ, ਆਪਾਂ ਜਿਹੜਾ ਅਗਲਾ ਬੰਦ ਹੈ ਉਹਨੂੰ ਆਪਾਂ ਇੱਕ ਵਾਰ ਪੜ੍ਹ ਲੈਂਦੇ ਆ, ਫਿਰ ਜਿਹੜਾ ਹੈ ਆਪਾਂ ਵਿਚਾਰ ਕੱਲ ਨੂੰ ਕਰ ਲਵਾਂਗੇ। ਸੰਥਿਆ ਦੀ ਆਪਾਂ ਹੁਣ ਕਰ ਲੈਂਦੇ ਆ। ਹਾਂਜੀ। ਚਰਪਟ ਛੰਦ ਤਪ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ। ਸੋ ਸਾਧ ਸੰਗਤ ਸਰਬੰ ਸ਼ਬਦ ਹੈ, ਸਰਬੰ ਸਰਬੰ ਇਸੇ ਤਰ੍ਹਾਂ ਹੀ ਗੱਗਾ ਜਿਹੜਾ ਹੈ ਅੱਧਾ ਬੋਲਣਾ ਹੈ, ਅੱਧਾ ਨੱਕ ਚ। ਧਰਮੰ ਕਰਮੰ ਇਹਨਾਂ ਦਾ ਵੀ ਧਿਆਨ ਰੱਖਣਾ। ਅਚਲ ਰਾਜੇ ਅਟਲ ਸਾਜੇ ਅਧਿਕ ਦੇ ਨਾਲ। ਅਖਲ ਅਚਲ ਨਹੀਂ ਪੜਨਾ। ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਅਲਖ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਹੈ ਪਾਠ ਹੈ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ। ਇਸ ਤਰ੍ਹਾਂ ਆਪ ਜੀ ਨੇ ਯਾਦ ਰੱਖਣਾ। ਚਰਪਟ ਛੰਦ ਹੈ, ਇਹਦੀ ਵਿਚਾਰ ਜਿਹੜੀ ਹੈ ਉਹ ਆਪਾਂ ਕੱਲ ਨੂੰ ਕਰਾਂਗੇ। ਵਾਹਿਗੁਰੂ। ਸਮਾਂ ਵਧੀਕ ਹੋ ਜਾਣਾ ਹੈ ਕਿਉਂਕਿ ਵਿਚਾਰ ਥੋੜੀ ਲੰਬੀ ਹੋ ਜਾਣੀ ਹੈ, ਇਸ ਕਰਕੇ ਜਿਹੜਾ ਹੈ ਬਾਕੀ ਦੀ ਵਿਚਾਰ ਆਪਾਂ ਕੱਲ ਦੀ ਕਲਾਸ ਚ ਕਰਾਂਗੇ। ਸੋ ਆਪ ਜੀ ਨੂੰ ਹੁਣ ਬੇਨਤੀ ਹੈ ਕਿ ਜੇ ਆਪ ਜੀ ਨੇ ਕੁਛ ਵੀ ਪੁੱਛਣਾ ਹੈ ਤੇ ਪੁੱਛ ਸਕਦੇ ਹੋ। ਸਾਧ ਸੰਗਤ ਆਪਣਾ ਮਾਈਕ ਮੈਂ ਤੁਹਾਡਾ ਔਨ ਕਰ ਦੇਵਾਂ ਇੱਧਰੋਂ ਆਪਸ਼ਨ ਤੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਹਾਂਜੀ ਮਾਂ। ਵਾਹਿਗੁਰੂ। ਹਾਂਜੀ ਸਾਧ ਸੰਗਤ ਜੀ, ਜੇ ਕਿਸੇ ਨੇ ਕੁਛ ਪੁੱਛਣਾ ਤੇ ਦੱਸ ਦਿਓ, ਫਿਰ ਆਪਾਂ ਸਮਾਪਤੀ। ਠੀਕ ਹੈ ਵਾਹਿਗੁਰੂ ਜੀ, ਸਮਾਪਤੀ ਕਰਦੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਹਨੂੰ ਸੰਥਿਆ ਨੂੰ ਇੱਕ ਵਾਰੀ ਪੜ੍ਹ ਜ਼ਰੂਰ ਲਿਆ ਕਰੋ ਕਿਉਂਕਿ ਜਾਪ ਸਾਹਿਬ ਦੀ ਸੰਥਿਆ ਹੈ ਤੇ ਮਿਹਨਤ ਕਾਫੀ ਲੱਗਦੀ ਹੈ। ਜਿੰਨਾ ਅਭਿਆਸ ਹੋਵੇਗਾ, ਜਿਸ ਦਾ ਵੀ ਜਿੰਨਾ ਅਭਿਆਸ ਹੋਏਗਾ ਉਹ ਓਨਾ ਹੀ ਇਹਦੇ ਵਿੱਚ ਪਰਫੈਕਟ ਹੋਵੇਗਾ। ਇੱਕ ਗੱਲ ਯਾਦ ਰੱਖਣ ਯੋਗ ਹੈ ਕਿ ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਨਾ ਉਹ ਕੰਠ ਕਰਕੇ ਕਰਨਾ ਔਖਾ ਹੈ, ਪਰ ਜਾਪ ਸਾਹਿਬ ਦਾ ਪਾਠ ਕੰਠ ਕਰਕੇ ਕਰਨਾ ਬੜਾ ਸੌਖਾ ਹੈ। ਜਿਸ ਨੂੰ ਜਾਪ ਸਾਹਿਬ ਇੱਕ ਵਾਰੀ ਕੰਠ ਹੋ ਗਿਆ ਨਾ, ਉਹਨੂੰ ਬਾਅਦ ਵਿੱਚ ਜਿਹੜਾ ਨਾ ਇਹਦਾ ਪਾਠ ਜਪਜੀ ਸਾਹਿਬ ਤੋਂ ਵੀ ਕਰਨਾ ਸੌਖਾ ਹੈ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਧਿਆਨ ਜ਼ਿਆਦਾ ਟਿਕਾਉਣਾ ਪੈਂਦਾ ਹੈ। ਪਰ ਇਹ ਜਿਹੜਾ ਪਾਠ ਹੈ ਇਹ ਚਲੰਤ ਹੋ ਜਾਂਦਾ ਇੱਕ ਵਾਰੀ ਤੇ ਫਿਰ ਐ ਬੜਾ ਪ੍ਰੇਮ ਦੇ ਨਾਲ ਬੰਦਾ ਕੰਠ ਹੋਵੇ ਤੇ ਤੁਰਿਆ ਫਿਰਦਾ ਹੀ ਇਹ ਪਾਠ ਕਰ ਲੈਂਦਾ। ਇਸ ਕਰਕੇ ਇਹਨੂੰ ਜਿੰਨਾ ਵੀ ਅਭਿਆਸ ਦੇ ਨਾਲ ਪਕਾ ਲਿਆ ਜਾਵੇ ਉਨਾ ਹੀ ਚੰਗਾ ਹੈ ਤੇ ਇਹ ਗੱਲ ਵੱਲ ਆਪ ਜੀ ਨੇ ਜ਼ਰੂਰ ਧਿਆਨ ਦੇਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।